पढ़न वाले सारे विद्यार्थियों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ, ਰਾਮ ਰਾਮ, ਆਦਾਬ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ YouTube ਦੇ ਮੇਰੇ ਇਸ ਚੈਨਲ 'ਤੇ ਮੈਂ ਤੁਹਾਨੂੰ ਪੰਜਾਬੀ ਦਾ ਸਿਲੇਬਸ ਕਰਵਾ ਰਿਹਾ ਹਾਂ। ਇਸ ਤੋਂ ਪਿੱਛੇ ਜਿਹੜਾ ਆਪਣਾ 10ਵੀਂ ਕਲਾਸ ਦਾ ਸਿਲੇਬਸ ਸੀਗਾ ਉਹ ਲਗਭਗ ਕੰਪਲੀਟ ਕਰਵਾ ਦਿੱਤਾ, ਕਿਉਂਕਿ ਰਿਮੂਵ ਹੋ ਕੇ ਜੋ ਬਚਿਆ ਹੋਇਆ ਸਿਲੇਬਸ ਸੀਗਾ ਮੈਂ ਇੱਕ ਵਾਰ ਉਹ ਹੀ ਕਰਵਾਇਆ ਹੈ। ਪੂਰੇ ਲੈਸਨ ਨਹੀਂ ਕਰਵਾਏ, ਕਿਉਂਕਿ ਜਿਹੜੇ ਲੈਸਨ ਰਿਮੂਵ ਕਰ ਦਿੱਤੇ ਗਏ ਸੀ, ਕੱਟ ਕਰ ਦਿੱਤੇ ਗਏ ਸੀ, ਉਹ ਲੈਸਨ ਮੈਂ ਨਹੀਂ ਕਰਵਾਏ। 10ਵੀਂ ਕਲਾਸ ਦਾ ਸਿਲੇਬਸ ਕਰਵਾਉਣ ਤੋਂ ਬਾਅਦ ਹੁਣ ਆਪਾਂ ਜੋ ਰਾਜਸਥਾਨ ਅਜਮੇਰ ਬੋਰਡ ਵਿੱਚ ਜੋ 12ਵੀਂ ਜਮਾਤ ਨੂੰ ਪੰਜਾਬੀ ਦੀ ਪਾਠ ਪੁਸਤਕ ਲੱਗਦੀ ਆ, ਪੰਜਾਬੀ ਕਾਵ ਧਾਰਾ ਭਾਗ ਦੂਜਾ, ਆਪਾਂ ਉਹਦੇ ਵਿੱਚ ਜਿਹੜਾ ਆਪਣਾ ਸਿਲੇਬਸ ਹੈ ਰਿਮੂਵ ਹੋਣ ਤੋਂ ਇਲਾਵਾ ਜਿਹੜਾ ਬਚਿਆ ਹੋਇਆ ਸਿਲੇਬਸ ਹੈ ਇਸ ਵਾਰ ਆਪਾਂ ਉਹਦੇ ਬਾਰੇ ਚਰਚਾ ਕਰ ਰਹੇ ਹਾਂ। ਆਪਣੀ ਜਿਹੜੀ ਇਹ ਪੰਜਾਬੀ ਦੀ ਪਾਠ ਪੁਸਤਕ ਹੈਗੀ ਹੈ ਇਹ 2-3 ਭਾਗਾਂ ਵਿੱਚ ਡਿਵਾਈਡ ਹੈ। ਆਪਾਂ ਜਿਹੜਾ ਪੜ੍ਹ ਰਹੇ ਹਾਂ ਉਹ ਕਵਿਤਾਵਾਂ ਵਾਲਾ ਪਾਠ ਪੜ੍ਹ ਰਹੇ ਹਾਂ, ਠੀਕ ਹੈ ਜੀ। ਪੰਜਾਬੀ ਵਿੱਚ ਇਹਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਦਿੱਤੀਆਂ ਹੋਈਆਂ ਹੈ, ਉਹਨਾਂ ਦੀ ਵਿਆਖਿਆ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ ਕਿ ਉਹਨਾਂ ਦੇ ਜ਼ਰੀਏ ਆਪਾਂ ਨੂੰ ਕਵੀ ਕੀ ਸੰਦੇਸ਼ ਦੇਣਾ ਚਾਹੁੰਦਾ ਹੈ, ਉਸ ਦੇ ਪ੍ਰਸ਼ਨ ਉੱਤਰ ਕਿਸ ਟਾਈਪ ਦੇ ਹੋਣਗੇ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਤਾਂ ਇਸ ਤੋਂ ਜਿਹੜੀ ਪਿਛਲੀ ਵੀਡੀਓ ਸੀਗੀ ਉਹਦੇ ਵਿੱਚ ਆਪਾਂ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਪੜ੍ਹੀਆਂ ਸੀ। ਚੜ੍ਹ ਚੱਕ ਤੇ ਚੱਕ ਕੁਮਾਨੀਆਂ, ਸਮਾਂ ਔਰ ਇਲਮ ਅਮਲ, ਇਹ ਤਿੰਨਾਂ ਕਵਿਤਾਵਾਂ ਦੀ ਮੈਂ ਤੁਹਾਨੂੰ ਵਿਆਖਿਆ ਕਰਵਾਈ ਸੀ। ਉਮੀਦ ਕਰਦਾ ਕਿ ਤੁਹਾਨੂੰ ਉਹ ਚੰਗੀ ਵੀ ਲੱਗੀ ਹੋਊਗੀ, ਮੇਰੀ ਉਹ ਕਲਾਸ ਪਸੰਦ ਆਈ ਹੋਊਗੀ। ਔਰ ਅੱਜ ਆਪਾਂ ਜੋ ਪੜ੍ਹਨ ਜਾ ਰਹੇ ਹਾਂ ਇਹਦੇ ਵਿੱਚ ਤੀਸਰਾ ਲੈਸਨ, ਠੀਕ ਹੈ ਜੀ। ਅੱਜ ਆਪਾਂ ਤੀਸਰਾ ਲੈਸਨ ਪੜ੍ਹਨ ਜਾ ਰਹੇ ਹਾਂ ਜੋ ਕਿ ਕਵੀ ਧਨੀ ਰਾਮ ਚਾਰਿਤ੍ਰਿਕ ਜੀ ਦਾ ਹੈ। ਉਹਦੇ ਵਿੱਚ ਉਹਨਾਂ ਦੀਆਂ 2 ਕਵਿਤਾਵਾਂ ਹੈ, ਇੱਕ ਹੈ ਗਰੀਬ ਕਿਰਸਾਨ, ਦੂਸਰੀ ਹੈ ਇਨਸਾਨਿਸਤਾਨ। ਤਾਂ ਇਹਨਾਂ ਦੀ ਜੋ ਕਵਿਤਾਵਾਂ ਹੈ ਉਹਨਾਂ ਦੀ ਆਪਾਂ ਵਿਆਖਿਆ ਕਰਾਂਗੇ। ਦੇਖਦੇ ਹਾਂ ਕਿ ਇਹਨਾਂ ਕਵਿਤਾਵਾਂ ਦੇ ਜ਼ਰੀਏ ਕਵੀ ਆਪਾਂ ਨੂੰ ਕੀ ਸੰਦੇਸ਼ ਦੇ ਰਿਹਾ ਹੈ, ਉਹ ਕੀ ਕਹਿਣਾ ਚਾਹੁੰਦਾ ਹੈ, ਠੀਕ ਹੈ ਜੀ। ਤੁਸੀਂ ਸਾਰੇ ਸਟੂਡੈਂਟਸ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਨਾਲੇ ਚੈਨਲ ਸਬਸਕ੍ਰਾਈਬ ਕਰਿਓ। ਕਲਾਸ ਨੂੰ ਅੱਗੇ ਵੀ ਜੋ ਹੋਰ ਸਟੂਡੈਂਟ ਹੈ 12th ਦੇ ਜਾਂ 10th ਦੇ ਉਹਨਾਂ ਨੂੰ ਵੀ ਸ਼ੇਅਰ ਕਰਿਓ, ਤਾਂ ਕਿ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੋਵੇ ਤਾਂ ਆਪਾਂ ਉਹਨਾਂ ਨੂੰ ਰਲ ਮਿਲ ਕੇ ਹੱਲ ਕਰ ਸਕੀਏ, ਠੀਕ ਹੈ ਜੀ। ਤਾਂ ਬਹੁਤਾ ਟਾਈਮ ਨਾ ਵੇਸਟ ਕਰਦੇ ਹੋਈਏ ਆਪਾਂ ਕਵਿਤਾ ਦੇ ਬਾਰੇ ਚਰਚਾ ਕਰੀਏ ਜੋ ਧਨੀ ਰਾਮ ਚਾਤ੍ਰਿਕ ਜੀ ਦੀ ਹੈ, ਕਿ ਇਹਦੇ ਵਿੱਚ ਕਵੀ ਆਪਾਂ ਨੂੰ ਕੀ ਸੰਦੇਸ਼ ਦੇ ਰਿਹਾ ਹੈ, ਕੀ ਕਹਿਣਾ ਚਾਹੁੰਦਾ ਹੈ। ਤਾਂ ਦੇਖੋ ਜੀ, ਆਹ ਕਵੀ ਦਾ ਜੀਵਨ ਪਰਿਚੈ ਦਿੱਤਾ ਹੋਇਆ ਹੈ, ਠੀਕ ਹੈ ਜੀ। ਇਹ ਜੀਵਨ ਪਰਿਚੈ ਨੂੰ ਥੋੜ੍ਹਾ ਧਿਆਨ ਨਾਲ ਤੁਸੀਂ ਪੜ੍ਹ ਲੈਣਾ, ਕਿਉਂਕਿ ਦੇਖੋ ਤੁਹਾਡੇ 8 ਨੰਬਰ ਦਾ ਮੈਟਰ ਆਊਗਾ, ਨਿਬੰਧ ਆਊਗਾ। ਜਿਹੜਾ ਨਿਬੰਧ ਆਉਂਦਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਨਿਬੰਧ ਹੋਲੀ, ਦੀਵਾਲੀ ਜਾਂ ਮਹਾਤਮਾ ਗਾਂਧੀ ਕੋਈ ਇਸ ਟਾਈਪ ਦਾ ਨਹੀਂ ਆਊਗਾ, ਬਲਕਿ ਕਿਸੇ ਕਵੀ ਦਾ ਜੀਵਨ ਪੁੱਛਿਆ ਗਿਆ ਹੋਊਗਾ। ਹਾਂ, ਜੋ ਪਿਛਲੀ ਵਾਰ ਦਾ ਪੇਪਰ ਸੀਗਾ ਉਹਦੇ ਵਿੱਚ ਇਸ ਟਾਈਪ ਦਾ ਲੇਖ ਆ ਗਿਆ ਸੀ, ਜਿਵੇਂ ਦੀਵਾਲੀ ਦਾ ਹੁੰਦਾ ਜਾਂ ਰਕਸ਼ਾ ਬੰਧਨ ਦਾ। ਲੇਕਿਨ ਜੋ 12ਵੀਂ ਦਾ ਸਿਲੇਬਸ ਹੈ ਉਹਦੇ ਅਕੋਰਡਿੰਗ ਨਿਬੰਧ ਦੇ ਵਿੱਚ ਕਵੀ ਦਾ ਜੀਵਨ ਪਰਿਚੈ ਪੁੱਛਿਆ ਜਾਂਦਾ ਹੈ। ਮੈਂ ਤੁਹਾਨੂੰ 3-4 ਮੇਨ ਕਵੀ ਦੱਸ ਦੂੰਗਾ, ਉਹਨਾਂ ਦਾ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਿਓ। ਬਾਕੀ ਨਿਗਾਹ ਵਿੱਚੋਂ ਲਗਭਗ ਸਾਰੇ ਕਵੀਆਂ ਨੂੰ ਇੱਕ ਵਾਰ ਕੱਢ ਲਿਓ, ਠੀਕ ਹੈ। ਉਹਨਾਂ ਦਾ ਜੀਵਨ ਪਰਿਚੈ ਨੂੰ ਥੋੜ੍ਹਾ ਧਿਆਨ ਨਾਲ ਪੜ੍ਹ ਲਿਓ। ਤਾਂ ਧਨੀ ਰਾਮ ਚਾਤ੍ਰਿਕ ਜੀ ਦੀ ਜੋ ਪਹਿਲੀ ਰਚਨਾ ਹੈ ਉਹ ਹੈ ਗਰੀਬ ਕਿਰਸਾਨ, ਠੀਕ ਹੈ ਜੀ। ਆਪਾਂ ਇਹਦੇ ਬਾਰੇ ਪੜ੍ਹਦੇ ਹਾਂ। ਗਰੀਬ ਕਿਰਸਾਨ, ਗਰੀਬ ਸਮਝਦੇ ਹੀ ਹੋ ਤੁਸੀਂ, ਠੀਕ ਹੈ, ਜਿਹਦੀ ਆਰਥਿਕ ਸਥਿਤੀ ਠੀਕ ਨਾ ਹੋਵੇ। ਕਿਰਸਾਨ ਕਿਹਾ ਜਾਂਦਾ ਹੈ ਕਿਸਾਨ ਨੂੰ, ਜੋ ਖੇਤੀ ਕਰਦੇ ਆ, ਠੀਕ ਹੈ ਜੀ। ਤਾਂ ਇਹਦੇ ਵਿੱਚ ਕਵੀ ਆਪਾਂ ਨੂੰ ਕੀ ਕਹਿ ਰਿਹਾ ਹੈ? ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਕਿਸਾਨ ਦੀ ਵਿਅਥਾ ਪ੍ਰਗਟ ਕੀਤੀ ਹੈ ਕਿ ਕਿਸਾਨ ਕਿਹੋ ਜਿਹੀ ਜ਼ਿੰਦਗੀ ਜਿੰਦਾ ਹੈ, ਉਹਨੂੰ ਕਿਹੜੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਸਾਨ ਦੀ ਕੀ ਸਥਿਤੀ ਹੁੰਦੀ ਹੈ, ਕਿਵੇਂ ਉਹ ਮਿਹਨਤ ਕਰਕੇ ਆਪਣੀ ਫਸਲ ਪੈਦਾ ਕਰਦਾ ਹੈ। ਕੁੱਲ ਮਿਲਾ ਕੇ ਕਿਸਾਨ ਦੀ ਜੀਵਨੀ ਇਸ ਕਵਿਤਾ ਦੇ ਵਿੱਚ ਕਵੀ ਪੇਸ਼ ਕਰ ਰਿਹਾ ਹੈ। ਤਾਂ ਆਓ ਆਪਾਂ ਇਸ ਦੀ ਵਿਆਖਿਆ ਕਰਦੇ ਹਾਂ ਕਿ ਕਵੀ ਕੀ ਦੱਸ ਰਿਹਾ ਕਿਸਾਨ ਦੇ ਬਾਰੇ। ਦੇਖੋ, ਕਵੀ ਕਹਿੰਦਾ ਹੈ, ਕੱਕਰੀ ਰਾਤ ਸਿਆਲ ਦੀ ਵਰਤੀ ਸੁੰਝ ਮਸਾਣ, ਠੀਕ ਹੈ ਜੀ। ਇਹ ਸਿਆਲ ਦੇ ਮਹੀਨੇ ਦਾ ਵਰਣਨ ਹੈ। ਸਰਦੀ ਦੇ ਵੇਲੇ ਯਾਨੀ ਕਿ ਜਦੋਂ ਫੁੱਲ ਠੰਡ ਦਾ ਮੌਸਮ ਹੁੰਦਾ ਹੈ ਉਦੋਂ ਕਿਸਾਨ ਦੀ ਕੀ ਸਥਿਤੀ ਹੁੰਦੀ ਹੈ। ਕਵੀ ਕੀ ਕਹਿ ਰਿਹਾ? ਕੱਕਰੀ ਰਾਤ ਸਿਆਲ ਦੀ ਵਰਤੀ ਸੁੰਝ ਮਸਾਣ। ਕੱਕਰੀ ਤੋਂ ਭਾਵ ਹੈ ਬਹੁਤ ਜ਼ਿਆਦਾ ਠੰਡੀ ਰਾਤ ਹੈ। ਕੱਕਰੀ ਰਾਤ ਯਾਨੀ ਕਿ ਬਹੁਤ ਜ਼ਿਆਦਾ ਠੰਡ ਨਾਲ ਭਰੀ ਹੋਈ ਠੰਡੀ ਰਾਤ ਹੈ ਸਿਆਲ ਦੀ। ਸਿਆਲ ਕਹਿੰਦੇ ਸਰਦੀ ਨੂੰ, ਸ਼ੀਤ ਰਿਤੂ, ਠੀਕ ਹੈ ਜੀ। ਵਰਤੀ ਮਤਲਬ ਛਾਈ ਹੋਈ ਹੈ। ਸੁੰਝ ਮਸਾਣ ਦਾ ਮਤਲਬ ਹੁੰਦਾ ਹੈ ਕਿ ਸ਼ਮਸ਼ਾਨ ਭੂਮੀ ਵਰਗੀ ਚੁੱਪ। ਸ਼ਮਸ਼ਾਨ ਭੂਮੀ ਹੁੰਦੀ ਨਾ ਸਿਵੇ, ਜਿਵੇਂ ਸ਼ਮਸ਼ਾਨ ਭੂਮੀ 'ਚ ਚੁੱਪ ਛਾਈ ਹੁੰਦੀ ਹੈ, ਉਸ ਤਰ੍ਹਾਂ ਠੰਡੀ ਸਿਆਲ ਦੀ ਰਾਤ ਹੈ, ਚਾਰੇ ਪਾਸੇ ਸ਼ਮਸ਼ਾਨ ਭੂਮੀ ਵਰਗੀ ਚੁੱਪ ਛਾਈ ਹੋਈ ਹੈ, ਠੀਕ ਹੈ ਜੀ। ਕੱਕਰੀ ਰਾਤ ਸਿਆਲ ਦੀ ਵਰਤੀ ਸੁੰਝ ਮਸਾਣ, ਕਿ ਸਿਆਲ ਦੀ ਬਹੁਤ ਹੀ ਠੰਡ ਨਾਲ ਭਰੀ ਹੋਈ ਰਾਤ ਹੈ ਔਰ ਚਾਰੇ ਪਾਸੇ ਜਿਵੇਂ ਸ਼ਮਸ਼ਾਨ ਭੂਮੀ 'ਚ ਚੁੱਪ ਹੁੰਦੀ ਹੈ, ਸ਼ਾਂਤ ਵਾਤਾਵਰਨ ਹੁੰਦਾ, ਉਸ ਤਰ੍ਹਾਂ ਦੀ ਚੁੱਪ ਛਾਈ ਹੋਈ ਹੈ।
ਅਗਲੀ ਲਾਈਨ ਵਿੱਚ ਕਵੀ ਕੀ ਕਹਿ ਰਿਹਾ ਹੈ? ਖਲਕਤ ਸੁੱਤੀ ਅੰਦਰੀ ਨਿੱਘੀਆਂ ਬੁੱਕਲਾਂ ਤਾਣ। ਖਲਕਤ यानी कि लोग, जनता। सुत्ती का मतलब सुते पे है। अंदरी का मतलब अपने अंदर। निੱਘੀਆਂ, निੱਘਾ कहते गर्म गर्म नूं। बुक्कलां का मतलब रजाइयां वगैरह खेस लैके, ताण के मतलब ऊपर लैके। खड़कत सुत्ती अंदरी निੱਘੀਆਂ बुक्कलां ताण, कि लोग आपो अपने अंदर सुते पे है, निੱਘੀਆਂ बुक्कलां रजाइयां खेस गर्म गर्म लैके सुते पे है। ठीक है कि ककरी रात सियाल दी वरती सुंज मसान, खड़कत सुत्ती अंदर ही निੱਘੀਆਂ बुक्कलां ताण। कि सियाल की बहुत ही ठंड नाल भरी हुई ठंडी रात है, चारे पासे शमशान भूमि वर्गी चुप छाई हुई है, सारे लोग आपो अपने अंदर सुते हुए हैं निੱਘੀਆਂ बुक्कलां ताण के, अर्थात गर्म गर्म रजाइयां लैके। उस तो अगली लाइन में कवि की कहता है? पिछले पैर तरेल दे मोती जमदे जान। ठीक है जी, पिछले पैर, पिछले पैर तो भाव जो रात का पिछला पैर होंगे ना, 12 बजे तो बाद वाला पिछला पैर, पिछले पैर। ठीक है, उस पैर की गल की है, पैर का मतलब वेला। ठीक है, पिछले पैर तरेल दे, तरेल क्या जाता है जी? धुंद नूं, ओस नहीं डिगदी, ओस पैंदी है, उन्होंने कहते तरेल। तरेल दे मोती जमदे जान। ठीक है, कि पिछले पैर तरेल दे मोती जमदे जान, कि पिछले पैर तो इन्नी ज़्यादा ठंड होगी कि जो तरेल पै रही है, ओस पै रही है, वो पानी भी मोतियां वांग जम रहा है, बर्फ बन रहा है, इन्नी ठंड हो गई है। बुक्कलों मूँह जे कढ़िए पाला पैंदा खाण। बुक्कलों का मतलब, बुक्कल का मतलब है इत्थे कि अगर आप अपनी रजाई चों जां आपां जिहड़ा भी बिस्तर ओढ़ रखिया अपने उत्ते, उहदे विच आपां जरा भी मूँह बाहर नूं कढ़ीए तां पाला पैंदा खाण। पाला कहंदा ठंड नूं। ठीक है, कि ठंड सानूं खाण लई पैंदी है, इन्नी ज़्यादा ठंड है कि जरा सा भी आपां थोड़ा जिहा भी मूँह बाहर कढ़दे हैं ना, तो आपां नूं बहुत ज़्यादा मतलब ठंड लगदी है, पाला खाण नूं आउंदा है। ठीक है जी, उस तो अगले पैरे विच कवि की कह रहा? इस वेले जां जागदे तारे विच असमान। इस वेले जां जागदे तारे विच असमान, कि इस वेले आसमान दे विच जां तां तारे जाग रहे हैं। किहड़े वेले? पिछले पैर रात दे, बहुत ज़्यादा ठंड है, उस दे मोती जमते जा रहे हैं, पानी भी जम रहा है, इन्नी ठंड है कि इस वेले या तां आसमान दे विच तारे जाग रहे हैं, जां कोई करदा भगत जन खूहे ते इशनान। ठीक है, भगत जन कोई भगत परमात्मा की भजन बंदगी करने वाला, खूह ते, खूह कहते हैं कुएं नूं। ठीक है, मैं हिंदी के शब्द कुछ तां यूज कर रहा क्योंकि कई बच्चे शहरी वर्ग नाल संबंधित है जिन्होंने प्योर पंजाबी के शब्द समझ नहीं आते, इस करके। ठीक है, खूह कहते हैं कुएं नूं। इशनान का मतलब स्नान करना, नहाउणा। कि इस वेले या तो आसमान दे विच तारे जागते हैं, जां किसी खूह ते कोई भगत जन परमात्मा की भजन बंदगी करने वाला भगत इशनान कर रहा है, क्योंकि उसने इशनान करके रब की भगती करनी है। जां एक किस्मत दा बली जाग रहा किरसान। ठीक है, किस्मत दा बली, किस्मत दा बली, इन्हां शब्दों का अर्थ है इस कविता दे विच पैड़ी किस्मत वाला। किरसान तुसीं समझ रहे हो, किसान नूं किया गया। ठीक है, कि इस वेले या तो कोई भगत जन खूह ते इशनान कर रहा है, या आसमान में तारे जाग रहे हैं, या पैड़ी किस्मत वाला किसान जाग रहा है। किसान क्यों जाग रहा है? क्योंकि अपने खेत के काम वगैरह कर रहा है, क्योंकि रात को पानी की वारी या सो इस तरह के खेत के काम होंगे, फसल की राखी करना। ठीक है, पानी लाउंदियां पैर हत्थ जिहदे नीले हुंदे जान। पानी लाउंदियां पैर हत्थ जिहदे नीले हुंदे जान। पानी लाउंदियां कि जो अपनी फसल नूं पानी ला रहा रात नूं, इन्नी ठंड है कि ठंड विच ठंडे ठंडे पानी नाल उहदे हत्थ पैर नीले हो रहे, भाव सुन्न हो गए है। ठीक है, किसान का वर्णन किया है कि देखो इस वेले पिछले पैर रात के या तो कोई तारे आसमान में जागते हैं, या कोई भगत जन खूह ते इशनान करता हुआ जाग रहा है, या पैड़ी किस्मत वाला किसान अपने खेत जाग रहा है। खेत अपनी फसल में ठंडा ठंडा पानी लाते हुए उहदे हत्थ पैर बिल्कुल सुन्न हो गए हैं, बिल्कुल नीले हो गए हैं। ठीक है जी, एक किसान की स्थिति दसी सी कि किसान नूं सियाल दे विच किवें किन्नियां मुसीबतां का सामना करना पैंदा है। ठीक है जी, ये तो सी सर्दी का वर्णन। हुण आ गया गर्मी का। ठीक है, कि ये तो सियाल वेले किसान की किवें हालत सी, वो दस्सिया सीगा। हुण दस्सिया कि गर्मी वेले जो गर्मी का मौसम होंदा उदों किसान की की हालत होंदी है। इस पैरे की लिखा? सिकर दुपहरे जेठ दी वर्ण पए अंगियार। हुण गर्मी का मौसम है, जो गर्मी ऋतु होंदी है, उस वेले का वर्णन किया है। शिखर दुपहरे, शिखर दुपहरे का जो बिल्कुल दोपहर का मौसम होंदा है। ठीक है, जेठ दी, देखो इत्थे जेठ किहनूं क्या गया है? जेठ की तो तुसीं वो ना समझ लिओ दिओर जेठ भाभी वाला रिश्ता नहीं, इत्थे जेठ क्या गया है?
ਆਪਣੇ ਪੰਜਾਬੀ ਦੇ ਮਹੀਨੇ ਹੁੰਦੇ ਆ ਚੇਤ, ਵਿਸਾਖ, ਜੇਠ, ਹਾੜ, ਸੌਣ, ਭਾਦੋਂ, ਜਿਹਨੂੰ ਹਿੰਦੀ 'ਚ ਜੇਸ਼ਟ ਕਹਿੰਦੇ ਆ। ਠੀਕ ਹੈ, ਜੇਠ ਉਹਨੂੰ ਕਹਿੰਦੇ ਆ ਕਿਉਂਕਿ ਜੇਠ ਦੇ ਮਹੀਨੇ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਬਹੁਤ ਹੀ ਜ਼ਿਆਦਾ ਗਰਮੀ ਪੈਣ ਲੱਗ ਜਾਂਦੀ ਉਸ ਮਹੀਨੇ 'ਚ। ਠੀਕ ਹੈ, ਸਿਖਰ ਦੁਪਹਿਰੇ ਜੇਠ ਦੇ ਵਰਨ ਪਏ ਅੰਗਿਆਰ, ਕਿ ਫੁੱਲ ਦੁਪਹਿਰਾ ਹੈ, ਜੇਠ ਦਾ ਮੌਸਮ ਹੈ, ਵਰਨ ਪਏ ਅੰਗਿਆਰ। ਵਰਨ ਪਏ ਦਾ ਮਤਲਬ ਵਰਸ ਰਹੇ ਹੈ, ਅੰਗਿਆਰ ਦਾ ਮਤਲਬ ਅੱਗ ਦੇ ਅੰਗਾਰੇ। ਕਿ ਜੇਠ ਦੇ ਦੁਪਹਿਰੇ ਵਿੱਚ ਗਰਮੀ ਆਸਮਾਨ ਤੋਂ ਅੱਗ ਦੇ ਅੰਗਿਆਰਿਆਂ ਦੀ ਤਰ੍ਹਾਂ ਵਰਸ ਰਹੀ ਹੈ, ਭਾਵ ਕਿ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈ। ਲੋਆਂ ਵਾਓ ਵਰੋਲਿਆਂ ਰਾਹੀ ਲਏ ਖਲਾਰ। ਲੋਆਂ, ਲੋ ਕਿਹਨੂੰ ਕਹਿੰਦੇ ਆ? ਜੋ ਗਰਮ ਹਵਾ ਚੱਲਦੀ ਹੈ, ਜਿਹਨੂੰ ਹਿੰਦੀ 'ਚ ਲੂ ਕਹਿੰਦੇ ਆ। ਵਾਹ ਬਰੌਲੇ, ਵਾਓ ਬਰੌਲੇ ਕਹਿੰਦੇ ਆਪਾਂ ਦੇਖਦੇ ਨਾ ਜਦੋਂ ਕਈ ਵਾਰ ਇੱਕਦਮ ਬਰੌਲਾ ਜਿਹਾ ਹੁੰਦਾ, ਰੇਤਾ ਗੋਲ ਗੋਲ ਘੁੰਮਦਾ ਹੋਇਆ ਉੱਤਾਂ ਚੜ੍ਹ ਜਾਂਦਾ ਹੈ। ਹਿੰਦੀ 'ਚ ਵੀ ਉਹਨੂੰ ਕੁਛ ਕਹਿੰਦੇ ਹੁੰਦੇ ਆ ਸ਼ਾਇਦ, ਆਪਾਂ ਜਦੋਂ ਹਿਸਟਰੀ ਪੜ੍ਹਦੇ ਉਹਦੇ ਵਿੱਚ ਪੜ੍ਹਦੇ ਆ ਨਾ, ਬਬੂਲਿਆ ਕਹਿੰਦੇ ਆ, ਪਤਾ ਨਹੀਂ ਇਸ ਤਰ੍ਹਾਂ ਕੁਛ ਕਹਿੰਦੇ ਆ, ਵਾਓ ਬਰੌਲੇ। ਠੀਕ ਹੈ, ਲੋਆਂ ਕਹਿੰਦੇ ਆ ਗਰਮ ਜੋ ਚੱਲਦੀਆਂ ਹਵਾ, ਕਿ ਗਰਮ ਚੱਲਣ ਵਾਲੀਆਂ ਹਵਾਵਾਂ ਨੇ, ਵਾਹ ਬਰੌਲਿਆਂ ਨੇ ਰਾਹੀ ਲਏ ਖਲਾਰ। ਰਾਹੀ ਕਹਿੰਦੇ ਆ ਜੋ ਰਸਤੇ ਵਿੱਚ ਪੈਦਲ ਚੱਲਣ ਵਾਲੇ, ਇੱਧਰ ਉੱਧਰ ਜਾਣ ਵਾਲੇ ਲੋਕ, ਖਲਾਰ ਲਏ ਮਤਲਬ ਰੋਕ ਲਏ। ਕਿਉਂਕਿ ਦੇਖੋ ਇੱਕ ਤੁਹਾਨੂੰ ਗੱਲ ਦੱਸਦੇ, ਇਹ ਕਵਿਤਾ ਪਹਿਲਾਂ ਵਾਲੇ ਟਾਈਮ ਦਾ ਜੋ ਵਰਣਨ ਕੀਤਾ, ਪਹਿਲਾਂ ਜ਼ਿਆਦਾਤਰ ਲੋਕ ਪੈਦਲ ਹੀ ਜਾਇਆ ਕਰਦੇ ਸੀ, ਇੱਧਰ ਉੱਧਰ ਸਫ਼ਰ ਕਰਦੇ ਸੀ, ਕਿ ਇੰਨੀ ਜ਼ਿਆਦਾ ਲੋਆਂ ਗਰਮੀ ਪੈ ਰਹੀ ਹੈ, ਵਾਹ ਬਰੌਲੇ ਪਏ ਹੈ, ਕਿ ਇੱਧਰ ਉੱਧਰ ਜਾਣ ਵਾਲੇ ਜੋ ਰਾਹੀ ਹੈ, ਸਫ਼ਰ ਕਰਨ ਵਾਲੇ, ਉਹ ਵੀ ਰੁਕੇ ਹੋਏ ਹੈ, ਆਰਾਮ ਕਰ ਰਹੇ ਹੈ। ਠੀਕ ਹੈ ਜੀ। ਲੋ ਤਪੇ ਜਿਉਂ ਪ੍ਰਥਵੀ ਭੁੱਖ ਲਵਣ ਆਸਮਾਨ। ਲੋ ਤਪੇ ਜਿਉਂ ਪ੍ਰਿਥਵੀ ਭੁੱਖ ਲਵਣ ਆਸਮਾਨ। ਲੋਹ ਦਾ ਮਤਲਬ ਕਿ ਜਿਵੇਂ ਭੱਠੀ ਉੱਤੇ ਪਿਆ ਲੋਹਾ, ਤਪੇ ਦਾ ਮਤਲਬ ਤਪ ਜਾਂਦਾ ਹੈ, ਗਰਮ ਹੋ ਜਾਂਦਾ ਹੈ। ਜਿਵੇਂ ਭੱਠੀ ਉੱਤੇ ਪਿਆ ਲੋਹਾ ਤਪ ਜਾਂਦਾ ਹੈ, ਉਸੇ ਤਰ੍ਹਾਂ ਪ੍ਰਿਥਵੀ ਯਾਨੀ ਕਿ ਧਰਤੀ ਬਿਲਕੁਲ ਤਪੀ ਹੋਈ ਹੈ ਗਰਮੀ ਨਾਲ। ਭੁੱਖ ਲਵਣ ਆਸਮਾਨ, ਭੁੱਖ ਲਵਣ ਦਾ ਮਤਲਬ ਭੁੱਜ ਜਾਣਾ, ਭੁੱਜ ਕੇ ਬਹੁਤ ਜ਼ਿਆਦਾ ਗਰਮ ਹੋ ਜਾਣਾ। ਆਸਮਾਨ ਵੀ ਬਹੁਤ ਜ਼ਿਆਦਾ ਭੁੱਜ ਕੇ ਗਰਮ ਹੋਇਆ ਪਿਆ ਹੈ। ਪਸ਼ੂਆਂ ਜੀਭਾਂ ਸੁੱਟੀਆਂ ਪੰਛੀ ਭੁੱਜਦੇ ਜਾਣ, ਕਿ ਪਸ਼ੂਆਂ ਨੇ ਜੀਭਾਂ ਸੁੱਟ ਰੱਖੀਆਂ, ਆਪਣੀਆਂ ਜੀਭਾਂ ਬਾਹਰ ਕੱਢ ਰੱਖੀਆਂ ਪਿਆਸ ਨਾਲ, ਗਰਮੀ ਨਾਲ। ਇੰਨਾ ਪਸ਼ੂ ਵੀ ਗਰਮੀ ਮਨਾ ਰਿਹਾ, ਇੰਨੀ ਜ਼ਿਆਦਾ ਗਰਮੀ ਹੋਈ ਪਈ ਹੈ ਕਿ ਉਹਨਾਂ ਦੀ ਜੀਭਾਂ ਬਾਹਰ ਨਿਕਲੀਆਂ ਹੋਈਆਂ। ਪੰਛੀ ਭੁੱਜਦੇ ਜਾਣ, ਕਿ ਜੋ ਆਸਮਾਨ ਵਾਲੇ ਪੰਛੀ ਉੱਡਦੇ ਹੋਏ, ਜੋ ਆਸਮਾਨ ਵਿੱਚ ਉੱਡਦੇ, ਇਹ ਵੀ ਭੁੱਜਦੇ ਜਾ ਰਹੇ, ਭਾਵ ਗਰਮੀ ਵਿੱਚ ਸੜ ਰਹੇ ਹੈ, ਇੰਨੀ ਜ਼ਿਆਦਾ ਗਰਮੀ ਹੋ ਰਹੀ ਹੈ। ਲੁਕੀ ਲੁਕਾਈ ਅੰਦਰੀ ਨਿਕਲੇ ਬਾਹਰ ਨਾ ਸਾਹ। ਕੀ ਲਿਖਿਆ? ਲੁਕੀ ਲੁਕਾਈ ਅੰਦਰੀ ਨਿਕਲੇ ਬਾਹਰ ਨਾ ਸਾਹ। ਲੁਕੀ ਲੁਕਾਈ ਦਾ ਮਤਲਬ ਕਿ ਲੋਕ ਆਪੋ ਆਪਣੇ ਅੰਦਰ ਲੁਕੇ ਹੋਏ, ਅੰਦਰ ਸੁੱਤੇ ਹੋਏ ਹੈ। ਠੀਕ ਹੈ, ਕੋਈ ਪੱਖੇ ਲਾ ਕੇ, ਕੋਈ ਦਰਖਤਾਂ ਦੇ ਹੇਠ ਆਪੋ ਆਪਣੇ ਅੰਦਰ ਸੁੱਤੇ ਹੋਏ, ਗਰਮੀ ਦੇ ਇਸ ਮੌਸਮ 'ਚ। ਨਿਕਲੇ ਬਾਹਰ ਨਾ ਸਾਹ, ਕਿ ਸਾਹ ਵੀ ਬਾਹਰ ਨਹੀਂ ਨਿਕਲ ਰਿਹਾ, ਲੋਕ ਆਪੋ ਆਪਣੇ ਅੰਦਰ ਆਰਾਮ ਕਰ ਰਹੇ ਹੈ। ਪਰ ਪਿੜ ਵਿੱਚ ਕਿਰਸਾਨ ਇੱਕ ਫਲਾਂ ਰਿਹਾ ਹੈ ਬਾ। ਪਿੜ ਕਹਿੰਦੇ ਆ ਖੇਤ ਵਿੱਚ ਇੱਕ ਜਗ੍ਹਾ ਬਣਾਈ ਹੁੰਦੀ ਹੈ ਇਹੋ ਜਿਹੀ, ਜਿੱਥੇ ਤੂੜੀ ਅਤੇ ਕਣਕ ਵਗੈਰਾ ਰੱਖੀ ਜਾਂਦੀ, ਉਸ ਨੂੰ ਪਿੜ ਕਹਿੰਦੇ ਆ। ਠੀਕ ਹੈ, ਖੇਤ ਦੇ ਵਿੱਚ ਇੱਕ ਸਥਾਨ ਹੁੰਦਾ ਹੈ। ਪਰ ਪਿੜ ਵਿੱਚ ਕਿਰਸਾਨ ਇੱਕ ਫਲਾਂ ਰਿਹਾ ਹੈ ਵਾ। ਫਲਾਂ ਕਹਿੰਦੇ ਆ ਕਣਕ ਨਾਲੋਂ ਤੂੜੀ ਨੂੰ ਜੋ ਅੱਡ ਕਰਨ ਦੀ ਪ੍ਰਕਿਰਿਆ ਹੁੰਦੀ ਹੈ, ਉਸ ਨੂੰ ਕਹਿੰਦੇ ਆ। ਯਾਨੀ ਕਿ ਸਿੱਧਾ ਜਿਹਾ ਤੁਸੀਂ ਇਹਦਾ ਮਤਲਬ ਆਹ ਸਮਝਦੇ ਹੋ ਕਿ ਖੇਤ ਵਿੱਚ ਜੋ ਪਿੜ ਬਣਿਆ ਹੈ, ਉੱਥੇ ਕਿਸਾਨ ਆਪਣੀ ਕੰਮਕਾਜ ਕਰ ਰਿਹਾ ਹੈ, ਕਣਕ ਨਾਲੋਂ ਤੂੜੀ ਨੂੰ ਵੱਖ ਕਰ ਰਿਹਾ, ਅਰਥਾਤ ਇੰਨੀ ਗਰਮੀ ਦੇ ਵਿੱਚ ਕਿਸਾਨ ਉੱਥੇ ਕੰਮ ਕਰੀ ਜਾਂਦਾ ਹੈ। ਸਿਰ ਪੈਰਾਂ ਤੱਕ ਨਿਚੜੇ ਮੁੜਕਾ ਵਾਹੋ ਵਾਹ। ਠੀਕ ਹੈ, ਸਿਰ ਪੈਰਾਂ ਤੱਕ ਨਿਚੜੇ ਮੁੜਕਾ ਵਾਹੋ ਵਾਹ, ਕਿ ਕੰਮ ਕਰਦੇ ਹੋਏ ਸਿਰੋਂ ਲੈ ਕੇ ਪੈਰਾਂ ਤੱਕ, ਯਾਨੀ ਕਿ ਉਹਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਚੜੇ ਮੁੜਕਾ। ਮੁੜਕਾ ਕਹਿੰਦੇ ਆ ਜੀ ਪਸੀਨੇ ਨੂੰ। ਠੀਕ ਹੈ, ਮੁੜਕਾ ਕਹਿੰਦਾ ਪਸੀਨੇ ਨੂੰ, ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦੇ ਪਸੀਨਾ, ਉਹਦੇ ਮੁੜਕਾ ਚੱਲ ਰਿਹਾ ਹੈ, ਇੰਨੀ ਗਰਮੀ ਦੇ ਵਿੱਚੋਂ ਕੰਮ ਕਰ ਰਿਹਾ ਹੈ। ਪਰ ਸ਼ਾਬਾਸ਼ੇ ਦੁੱਲਿਆ ਤੈਨੂੰ ਰਤਾ ਨਹੀਂ ਪਰਵਾਹ। ਪਰ ਸ਼ਾਬਾਸ਼ੇ ਦੁੱਲਿਆ, ਠੀਕ ਹੈ, ਇਹਦਾ ਮਤਲਬ ਕਿ ਤੈਨੂੰ ਸ਼ਾਬਾਸ਼ ਹੈ ਦੁੱਲਿਆ। ਦੁੱਲਿਆ ਮਤਲਬ ਬਹਾਦੁਰ, ਕਿ ਇਹ ਬਹਾਦੁਰ ਕਿਸਾਨ, ਤੈਨੂੰ ਸ਼ਾਬਾਸ਼ ਹੈ, ਤੈਨੂੰ ਰਤਾ ਨਹੀਂ ਪਰਵਾਹ। ਰਤਾ ਦਾ ਮਤਲਬ ਬਿਲਕੁਲ ਵੀ ਤੈਨੂੰ ਪਰਵਾਹ ਨਹੀਂ, ਤੂੰ ਆਪਣਾ ਕੰਮ ਕਰ ਰਿਹਾ ਹੈ, ਇੰਨੀ ਗਰਮੀ ਦੇ ਵਿੱਚ ਮਿਹਨਤ ਕਰ ਰਿਹਾ ਹੈ। ਠੀਕ ਹੈ ਜੀ, ਇਹ ਗਰਮੀ ਦੇ ਮੌਸਮ ਦਾ ਵਰਣਨ ਕੀਤਾ ਸੀਗਾ। ਉਸ ਤੋਂ ਅਗਲੇ ਪੈਰੇ ਵਿੱਚ ਕੀ ਲਿਖਿਆ ਹੈ ਕਿ ਮਾਂ ਲੜਕਾ ਜੰਮਿਆ ਰੱਖਿਓ ਸੁਨਾਉ ਗੁਲਾਬ। ਮਾਂ ਲੜਕਾ ਜੰਮਿਓ ਰੱਖਿਓ ਨਾਉ ਗੁਲਾਬ, ਰੱਖਿਓ ਸੁਨਾਉ ਗੁਲਾਬ। ਯਾਨੀ ਕਿ ਜਦੋਂ ਕਿਸਾਨ ਨੇ ਆਪਣੇ ਬਚਪਨ ਵਿੱਚ ਆਪਣੀ ਮਾਂ ਦੇ ਘਰ ਜਨਮ ਲਿਆ, ਤਾਂ ਉਸ ਵੇਲੇ ਦਾ ਕੋਈ ਵਰਣਨ ਕਰਦਾ ਹੋਇਆ ਕੀ ਕਹਿ ਰਿਹਾ ਕਿ ਮਾਂ ਲੜੀਕਾ ਜੰਮਿਓ, ਮਾਂ ਲੜੀਕਾ ਜੰਮਿਓ ਰੱਖਿਓ ਸੁਨਾਉ ਗੁਲਾਬ। ਸੌਰੀ, ਮੈਂ ਲੜਕਾ ਬੋਲ ਦਿੱਤਾ, ਲੜੀਕਾ। ਠੀਕ ਹੈ, ਮਾਂ ਲੜੀਕਾ ਜੰਮਿਓ ਰੱਖਿਓ ਸੁਨਾਮ ਗੁਲਾਬ। ਲੜੀਕਾ ਕਹਿੰਦੇ ਹੈ ਲਾੜ ਪਿਆਰ ਨਾਲ,
ਕਿ ਮਾਂ ਨੇ ਕਿਸਾਨ ਨੂੰ, ਜਦੋਂ ਕਿਸਾਨ ਨੇ ਆਪਣੇ ਘਰ ਆਪਣੀ ਮਾਂ ਦੇ ਘਰ ਜਨਮ ਲਿਆ ਸੀਗਾ, ਤਾਂ ਉਹ ਆਪਣੀ ਮਾਂ ਦਾ ਲਾਡ ਦੁਲਾਰਾ ਸੀਗਾ। ਠੀਕ ਹੈ, ਉਹਨੂੰ ਬਹੁਤ ਜ਼ਿਆਦਾ ਲਾਡ ਕਰਦੀ ਸੀ, ਪਿਆਰ ਕਰਦੀ ਸੀ। ਲੜੀਕੇ ਦਾ ਮਤਲਬ ਲਾਡਲਾ, ਦੁਲਾਰਾ। ਠੀਕ ਹੈ, ਰੱਖਿਓਸ ਨਾਮ ਗੁਲਾਬ, ਰੱਖਿਓਸ ਦਾ ਮਤਲਬ ਰੱਖਿਆ ਗਿਆ, ਨਾਮ ਦਾ ਮਤਲਬ ਨਾਮ, ਗੁਲਾਬ ਦਾ ਮਤਲਬ ਗੁਲਾਬ। ਕਿ ਮਾਂ ਨੇ ਬੜੇ ਹੀ ਪਿਆਰ ਨਾਲ ਆਪਣੇ ਇਸ ਪੁੱਤਰ ਦਾ ਨਾਮ ਗੁਲਾਬ ਰੱਖਿਆ। ਪਰ ਕਿਸਮਤ ਦੇ ਕੇ ਵਾੜ ਵਿੱਚ ਤੇਰੀ ਕੀਤੀ ਜੂਨ ਖਰਾਬ। ਪਰ ਕਿਸਮਤ ਦੀ ਵਾੜ ਵਿੱਚ, ਵਾੜ ਕਹਿੰਦੇ ਆ ਜੋ ਚਾਰ ਦੀਵਾਰੀ ਹੁੰਦੀ ਹੈ ਨਾ, ਕੰਡਿਆਂ ਦੀ ਵਾੜ ਕੀਤੀ ਹੁੰਦੀ ਹੈ ਆਸੇ ਪਾਸੇ ਕਿਸੇ ਚੀਜ਼ ਦੀ ਰੱਖਿਆ ਕਰਨ ਲਈ। ਕਿ ਪਰ ਤੂੰ ਕਿਸਮਤ ਦੀ ਵਾੜ ਵਿੱਚ ਇਹੋ ਜਿਹਾ ਉਲਝਿਆ ਕਿ ਤੇਰੀ ਜੂਨ ਖਰਾਬ ਹੋ ਗਈ। ਜੂਨ ਕਿਹਾ ਗਿਆ ਇੱਥੇ ਜ਼ਿੰਦਗੀ ਨੂੰ, ਕਿ ਯਾਨੀ ਕਿ ਕਿਸਾਨ ਆਪਦੇ ਕੰਮਾਂ ਦੇ ਵਿੱਚ ਇੰਨਾ ਉਲਝ ਗਿਆ, ਇੰਨਾ ਫਸ ਗਿਆ ਵੱਡਾ ਹੋ ਕੇ, ਕਿ ਉਹਦੀ ਕਿਸਮਤ ਹੀ, ਉਹਦੀ ਜੂਨ ਹੀ ਖਰਾਬ ਹੋ ਗਈ। ਠੀਕ ਹੈ ਜੀ। ਉਸ ਤੋਂ ਅਗਲੀ ਲਾਈਨ ਵਿੱਚ ਕੀ ਲਿਖਿਆ ਹੈ ਕਿ ਦੁਨੀਆ ਖਾਏ ਮਲਾਈਆਂ ਤੇਰੇ ਹਿੱਸੇ ਆਈ ਛਾ। ਦੁਨੀਆ ਖਾਏ ਮਲਾਈਆਂ ਤੇਰੇ ਹਿੱਸੇ ਆਈ ਛਾ। ਕਿ ਆਸੇ ਪਾਸੇ ਦੇ ਲੋਕ, ਦੁਨੀਆ ਮਲਾਈਆਂ ਖਾ ਰਹੀ ਹੈ, ਅਰਥਾਤ ਆਸੇ ਪਾਸੇ ਦੇ ਲੋਕ, ਜੋ ਆਸੇ ਪਾਸੇ ਦੇ ਮਤਲਬ ਕਿਸਾਨ ਹੈ, ਉਹ ਬਹੁਤ ਖੁਸ਼ੀ ਰਹਿ ਰਿਹਾ, ਮਤਲਬ ਖੁਸ਼ੀ ਨਾਲ ਰਹਿ ਰਿਹਾ, ਬਹੁਤ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਹੈ, ਬਹੁਤ ਆਪਣਾ ਚੰਗੇ ਤਰੀਕੇ ਨਾਲ ਆਪਣਾ ਜੀਵਨ ਗੁਜ਼ਰ ਬਸਰ ਕਰ ਰਿਹਾ ਹੈ। ਠੀਕ ਹੈ, ਦੁੱਧ ਮਲਾਈਆਂ ਖਾਂਦੇ ਆ। ਤੇਰੇ ਹਿੱਸੇ ਆਈ ਛਾਹ। ਠੀਕ ਹੈ, ਛਾਹ ਦਾ ਮਤਲਬ ਹੁੰਦਾ ਲੱਸੀ, ਕਿ ਲੇਕਿਨ ਤੇਰੇ ਹਿੱਸੇ ਤਾਂ ਕੇਵਲ ਲੱਸੀ ਹੀ ਆਈ ਹੈ। ਮੋਟਾ ਠੁੱਲਾ ਪਹਿਨ ਲੈ ਮਿੱਸੀ ਤਿੱਸੀ ਖਾ। ਮੋਟਾ ਠੁੱਲਾ ਕਹਿੰਦੇ ਆ ਮੋਟਾ ਕੱਪੜਾ ਹੁੰਦਾ ਜੋ ਖਾਦੀ ਦਾ। ਠੀਕ ਹੈ, ਤੂੰ ਮੋਟਾ ਠੁੱਲਾ ਯਾਨੀ ਕਿ ਮਤਲਬ ਠੀਕ ਠਾਕ ਜਾਈ ਤੂੰ ਕੱਪੜੇ ਪਾਉਣਾ ਹੈ, ਮਿੱਸੀ ਤਿੱਸੀ ਖਾਣਾ ਹੈ, ਤੂੰ ਰੁੱਖੀ ਮਿੱਸੀ ਰੋਟੀ ਖਾ ਕੇ ਤੂੰ ਆਪਣਾ ਗੁਜ਼ਾਰਾ ਕਰ ਰਿਹਾ, ਭਾਵ ਤੂੰ ਬਹੁਤ ਹੀ ਸੰਕਟ ਨਾਲ, ਦੁੱਖ ਨਾਲ ਭਰੇ ਹੋਏ ਦਿਨ ਬਤੀਤ ਕਰ ਰਿਹਾ ਹੈ। ਹਲ ਸੁਹਾਗੇ ਗੋਡੀਆਂ ਤੇਰੇ ਸਿਰ ਤੇ ਰਹਿਣ ਸਵਾਰ। ਠੀਕ ਹੈ ਜੀ, ਕੀ ਲਿਖਿਆ ਹੈ? ਹਲ ਸੁਹਾਗੇ ਗੋਡੀਆਂ ਤੇਰੇ ਸਿਰ ਤੇ ਰਹਿਣ ਸਵਾਰ। ਹਲ, ਹਲ ਹੁੰਦਾ ਇੱਕ ਔਜ਼ਾਰ ਹੁੰਦਾ ਜਿਹਦੇ ਨਾਲ ਕਿਸਾਨ ਆਪਣਾ ਜ਼ਮੀਨ ਨੂੰ ਵਾਹੁੰਦਾ ਹੈ। ਸੁਹਾਗਾ ਇਹ ਵੀ ਇੱਕ ਔਜ਼ਾਰ ਹੈ ਜਿਹਦੇ ਨਾਲ ਕਿਸਾਨ ਆਪਣੀ ਜੋ ਜ਼ਮੀਨ ਵਾਹੀ ਹੋਈ ਹੁੰਦੀ ਉਹਨੂੰ ਸਮਤਲ ਕਰਦਾ, ਇੱਕ ਬਰਾਬਰ ਕਰਦਾ। ਗੋਡੀਆਂ, ਗੋਡੀ ਕਹਿੰਦੀ ਹੈ ਫਸਲ ਨੂੰ ਗੋਡੀ ਕਰਨਾ, ਯਾਨੀ ਕਿ ਫਸਲ ਵਿੱਚੋਂ ਜੋ ਖਰਪਤਵਾਰ ਹੁੰਦੀ ਹੈ, ਜੋ ਫਾਲਤੂ ਦੇ ਪੇੜ ਪੌਦੇ ਹੁੰਦੇ ਆ ਜਾਂ ਛੋਟੇ ਛੋਟੇ ਘਾਹ ਫੂਸ ਹੁੰਦਾ, ਉਹਨੂੰ ਬਾਹਰ ਕੱਢਣਾ ਹੁੰਦਾ ਹੈ। ਠੀਕ ਹੈ ਜੀ। ਹਲ ਸੁਹਾਗੇ ਗੋਡੀਆਂ ਤੇਰੇ ਸਿਰ ਤੇ ਰਹਿਣ ਸਵਾਰ। ਕਿ ਤੈਨੂੰ ਹਰ ਵੇਲੇ ਕੋਈ ਨਾ ਕੋਈ ਤੂੰ ਕੰਮਾਂ ਵਿੱਚ ਉਲਝਿਆ ਹੀ ਰਹਿਣਾ। ਕਦੇ ਖੇਤ ਨੂੰ ਵਾਹੁਣਾ ਹੁੰਦਾ ਹਲ ਨਾਲ, ਕਦੇ ਸੁਹਾਗਾ ਚਲਾਉਣਾ ਹੁੰਦਾ ਹੈ, ਕਦੇ ਖੇਤ ਵਿੱਚ ਗੋਡੀ ਕਰਨੀ ਹੁੰਦੀ ਹੈ, ਭਾਵ ਤੂੰ ਖੇਤ ਦੇ ਕੰਮਾਂ ਵਿੱਚ ਹੀ ਉਲਝਿਆ ਰਹਿਣਾ ਹੈ। ਪੱਲੇ ਤੇਰੇ ਪੈ ਗਈ ਪਸ਼ੂਆਂ ਵਾਲੀ ਕਾਰ। ਠੀਕ ਹੈ, ਕਾਰ ਦਾ ਮਤਲਬ ਕੰਮ, ਕਿ ਇਸ ਤੋਂ ਇਲਾਵਾ ਪਸ਼ੂਆਂ ਵਾਲਾ ਕੰਮ ਵੀ ਤੇਰੇ ਪੱਲੇ ਪੈ ਗਿਆ। ਖੇਤ ਦਾ ਕੰਮ ਕਰਨ ਤੋਂ ਬਾਅਦ ਕਰਿਆ ਕਿ ਤੈਨੂੰ ਪਸ਼ੂਆਂ ਨੂੰ ਵੀ ਸਾਂਭਣਾ ਪੈਂਦਾ ਹੈ, ਪਸ਼ੂਆਂ ਨੂੰ ਵੀ ਨੀਰਾ ਵਗੈਰਾ ਪੱਠੇ ਵਗੈਰਾ ਪਾਉਣੇ ਪੈਂਦੇ, ਪਸ਼ੂਆਂ ਵਾਲਾ ਕੰਮ ਕਾਜ ਵੀ ਤੈਨੂੰ ਕਰਨਾ ਪੈਂਦਾ ਹੈ। ਰਾਤੀ ਆ ਪੈ ਟੁੱਟ ਕੇ ਚਾੜੇ ਨੀਂਦ ਖੁਮਾਰ। ਰਾਤੀ ਦਾ ਮਤਲਬ ਰਾਤ ਨੂੰ, ਆ ਪਏ ਦਾ ਮਤਲਬ ਜਦੋਂ ਤੂੰ ਸੋਨਾ ਹੈ, ਟੁੱਟ ਕੇ ਦਾ ਮਤਲਬ ਬਿਲਕੁਲ ਥੱਕ ਹਾਰ ਕੇ। ਕਿਸਾਨ ਦਿਨ ਵਿੱਚ ਕੰਮ ਕਰ ਕਰਕੇ ਬਿਲਕੁਲ ਥੱਕ ਜਾਂਦਾ ਹੈ, ਉਹਦਾ ਸਰੀਰ ਬਿਲਕੁਲ ਟੁੱਟਣ ਲੱਗ ਜਾਂਦਾ ਹੈ। ਕਿ ਜਦੋਂ ਥੱਕਿਆ ਹਾਰਿਆ ਕਿਸਾਨ ਟੁੱਟ ਕੇ ਰਾਤ ਨੂੰ ਆ ਕੇ ਸੌਂਦਾ ਹੈ। ਚਾੜੇ ਨੀਂਦ ਖੁਮਾਰ। ਠੀਕ ਹੈ, ਕਿ ਜਿਹੜੀ ਨੀਂਦ ਹੁੰਦੀ ਹੈ ਉਹ 'ਤੇ ਖੁਮਾਰੀ ਚੜ੍ਹਦੀ, ਭਾਵ ਕਿ ਉਹਨੂੰ ਇੱਕਦਮ ਹੀ ਗੂੜੀ ਨੀਂਦ ਆ ਜਾਂਦੀ ਹੈ, ਉਹਦੀ ਅੱਖ ਲੱਗ ਜਾਂਦੀ ਹੈ। ਠੀਕ ਹੈ, ਉਹ ਹਜੇ ਸੁੱਤਾ ਹੀ ਹੁੰਦਾ ਕਿ ਇਹਨੇ ਨੂੰ ਸਵੇਰਾ ਹੋ ਜਾਂਦਾ ਹੈ। ਕੀ ਲਿਖਿਆ? ਕੁੱਕੜ ਵਾਂਗੇ ਫੇਰ ਤੂੰ, ਕੁੱਕੜ ਵਾਂਗੇ ਫੇਰ ਤੂੰ ਉਸੇ ਤਰ੍ਹਾਂ ਤਿਆਰ। ਕੁੱਕੜ ਕਹਿੰਦੇ ਆ ਮੁਰਗੇ ਨੂੰ, ਬਾਂਗੇ ਦਾ ਮਤਲਬ ਜਦੋਂ ਮੁਰਗਾ ਬੋਲਦਾ ਹੈ, ਫਿਰ ਤੂੰ ਦੁਬਾਰਾ ਉਸੇ ਤਰ੍ਹਾਂ ਤਿਆਰ, ਮਤਲਬ ਫਿਰ ਉਸੇ ਤਰ੍ਹਾਂ ਤਿਆਰ ਹੋ ਜਾਣਾ। ਪਹਿਲਾਂ ਵਾਲੇ ਵੇੜਿਆਂ 'ਚ, ਅੱਜ ਕੱਲ੍ਹ ਤਾਂ ਲੋਕ ਅਲਾਰਮ ਲਾ ਕੇ ਪੈਂਦੇ ਆ, ਪਹਿਲਾਂ ਅਲਾਰਮ ਨਹੀਂ, ਪਹਿਲਾਂ ਕੁੱਕੜ ਹੀ ਅਲਾਰਮ ਹੁੰਦਾ ਸੀਗਾ। ਸਵੇਰੇ ਮੁਰਗਾ ਬੋਲਦਾ ਸੀ, ਉਹਦੀ ਆਵਾਜ਼ ਸੁਣ ਕੇ ਹੀ ਲੋਕ ਖੜੇ ਹੋ ਜਾਂਦੇ ਸੀ। ਤਾਂ ਉਹੀ ਗੱਲ ਇਹਦੇ ਵਿੱਚ ਦੱਸੀ ਹੈ ਕਿ ਸਵੇਰੇ ਜਿਵੇਂ ਹੀ ਮੁਰਗਾ ਬਾਂਗ ਦਿੰਦਾ ਹੈ, ਬੋਲਦਾ ਹੈ, ਤੂੰ ਫਿਰ ਉਸੇ ਤਰ੍ਹਾਂ ਕੰਮ ਕਰਨ ਲਈ ਤਿਆਰ ਹੋ ਜਾਣਾ ਹੈ। ਉਸ ਤੋਂ ਅੱਗੇ ਕੀ ਲਿਖਿਆ ਹੈ ਅਗਲੇ ਪੈਰੇ ਵਿੱਚ? ਤਨ ਟੰਗਿਆ ਵਿਚਕਾਰ ਦੇ ਜਾਨ ਟੰਗੀ ਅਸਮਾਨ। ਤਨ ਟੰਗਿਆ ਵਿਚਕਾਰ ਦੇ ਜਾਨ ਟੰਗੀ ਅਸਮਾਨ। ਤਨ ਕਹਿੰਦੇ ਹੈ ਸਰੀਰ ਨੂੰ, ਟੰਗਿਆ ਦਾ ਮਤਲਬ ਲਟਕ ਰਿਹਾ ਹੈ। ਠੀਕ ਹੈ, ਕਾਰ ਦੇ, ਕਾਰ ਕਹਿੰਦੇ ਆ ਕੰਮ ਨੂੰ, ਕਿ ਤੇਰਾ ਸਰੀਰ ਤਾਂ ਕੰਮ ਕਰ ਰਿਹਾ, ਤੂੰ ਖੇਤ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਿਹਾ, ਲੇਕਿਨ ਤੇਰੀ ਜਿਹੜੀ ਜਾਨ ਹੈ ਉਹ ਆਸਮਾਨ ਦੇ ਵਿੱਚ ਟੰਗੀ ਹੈ। ਠੀਕ ਹੈ, ਤੇਰੀ ਜਾਨ ਆਸਮਾਨ ਦੇ ਵਿੱਚ ਟੰਗੀ ਹੋਈ ਹੈ, ਭਾਵ ਕਿ ਕਿਸਾਨ ਖੇਤ ਵਿੱਚ ਕੰਮ ਤਾਂ ਕਰ ਰਿਹਾ ਪਰ ਉਹਦੀ ਜਾਨ ਆਸਮਾਨ ਦੇ ਵਿੱਚ ਹੈ, ਉਹਦਾ ਧਿਆਨ ਆਸਮਾਨ ਦੇ ਵਿੱਚ ਵੀ ਹੈ ਕਿ ਪਤਾ ਨਹੀਂ ਮੀਂਹ ਆਊਗਾ ਜਾਂ ਨਹੀਂ, ਮੇਰੀ ਫਸਲ ਹੋਊਗੀ ਜਾਂ ਨਹੀਂ। ਠੀਕ ਹੈ, ਅੱਗੇ ਲਿਖਿਆ ਨਾ, ਮੁੱਠ ਤੇਰੀ ਵਿੱਚ ਕਾਲਜਾ ਬੱਦਲਾਂ ਵਿੱਚ ਧਿਆਨ। ਕਿ ਤੇਰਾ ਕਲੇਜਾ ਤੇਰੀ ਮੁੱਠ ਦੇ ਵਿੱਚ ਆਇਆ ਹੋਇਆ ਹੈ, ਭਾਵ ਕਿ ਤੂੰ ਇੰਨਾ ਸੰਕਟ ਦੇ ਵਿੱਚ ਫਸਿਆ ਹੋਇਆ ਹੈ, ਤੇਰਾ ਕਾਲਜਾ ਤੇਰੀ ਮੁੱਠ ਵਿੱਚ ਆਇਆ ਹੋਇਆ ਹੈ, ਤੇਰਾ ਧਿਆਨ ਬੱਦਲਾਂ ਵੱਲ ਹੈ। ਧਿਆਨ ਉਹਦਾ ਨਿਗਾਹ, ਤੇਰੀ ਧਿਆਨ, ਬੱਦਲ ਕਹਿੰਦੇ ਆ ਬਾਦਲ। ਠੀਕ ਹੈ,
ਮੀਂਹ ਪੈਂਦਾ ਹੈ ਆਸਮਾਨ ਤੋਂ, ਕਿ ਤੇਰੀ ਨਿਗਾਹ ਬੱਦਲਾਂ ਦੇ ਵੱਲ ਹੈ, ਤੂੰ ਸੋਚ ਰਿਹਾ ਹੈ ਕਿ ਕੀ ਸੋਚ ਰਿਹਾ ਹੈ ਕਿ ਰੱਖ ਲਏ ਰੱਬ ਜੇ ਸੋਕਿਓ, ਕਿ ਕੀ ਪਤਾ ਰੱਬ ਮੈਨੂੰ ਸੋਕੇ ਤੋਂ ਬਚਾ ਲੇ। ਸੋਕਾ ਕਹਿੰਦੇ ਅਕਾਲ ਪੈ ਜਾਣਾ, ਠੀਕ ਹੈ, ਜਦੋਂ ਫਸਲਾਂ ਨਹੀਂ ਹੁੰਦੀਆਂ, ਕਿ ਰੱਬਾ ਤੂੰ ਮੀਂਹ ਵਰਸਾ ਦੇ, ਕਿ ਅਗਰ ਕਿ ਮਤਲਬ ਮੇਰੀ ਫਸਲ ਕਿਤੇ ਸੁੱਕ ਨਾ ਜਾਵੇ, ਖਰਾਬ ਨਾ ਹੋ ਜਾਵੇ, ਠੀਕ ਹੈ। ਕਿਸਾਨ ਦਾ ਧਿਆਨ ਆਸਮਾਨ ਦੇ ਵਿੱਚ ਹੈ ਕਿ ਰੱਬਾ ਕਿਤੇ ਮੀਂਹ ਨਾ ਪੈਣ ਕਰਕੇ ਮੇਰੀ ਫਸਲ ਖਰਾਬ ਨਾ ਹੋ ਜਾਵੇ, ਠੀਕ ਹੈ। ਰੱਖ ਲਏ ਰੱਬ ਜੇ ਸੋਕਿਓ, ਕਿ ਮੈਨੂੰ ਸੋਕੇ ਤੋਂ ਬਚਾ ਲੈ। ਝੱਖੜੋਂ ਸੁੱਕਦਾ ਸਾਂ, ਅਤੇ ਨਾਲ ਨਾਲ ਝੱਖੜੋਂ ਸੁੱਕਦਾ ਸਾਂ, ਉਹਦਾ ਝੱਖੜ ਤੋਂ ਵੀ ਸਾਹ ਸੁੱਕਦਾ ਹੈ। ਝੱਖੜ ਕਿਹਨੂੰ ਕਹਿੰਦੇ ਆ? ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋਣਾ, ਝਖੇੜਾ ਆ ਜਾਣਾ, ਠੀਕ ਹੈ। ਇਹ ਸੋਚ ਕੇ ਵੀ ਦਾ ਸਾਹ ਸੁੱਕਦਾ ਹੈ ਕਿ ਜੇ ਕਿਤੇ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਆ ਗਈ ਔਰ ਮੇਰੀ ਫਸਲ ਦਾ ਨੁਕਸਾਨ ਵੀ ਨਾ ਹੋ ਜੇ। ਗੱਲ ਸਮਝ ਰਹੇ ਹੋ ਨਾ ਮੇਰੀ, ਕਿ ਉਹਦਾ ਧਿਆਨ ਆਸਮਾਨ ਵੱਲ ਹੈ। ਉਹ ਆ ਵੀ ਸੋਚ ਰਿਹਾ ਹੈ ਕਿ ਕਿਤੇ ਨਾ ਮੀਂਹ ਪੈਣ ਕਰਕੇ ਉਹਦੀ ਫਸਲ ਖਰਾਬ ਵੀ ਨਾ ਹੋ ਜਾਏ, ਔਰ ਕਿਤੇ ਇਹ ਵੀ ਨਾ ਹੋ ਜਾਏ ਕਿ ਬਹੁਤ ਜ਼ਿਆਦਾ ਮੀਂਹ ਆ ਜਾਏ ਔਰ ਉਹਦੀ ਫਸਲ ਜ਼ਿਆਦਾ ਮੀਂਹ ਹੋਣ ਨਾਲ ਵੀ ਖਰਾਬ ਨਾ ਹੋ ਜਾਏ, ਠੀਕ ਹੈ। ਤਾਂ ਉਹਦਾ ਜਿਹੜਾ ਧਿਆਨ ਹੈ ਉਹ ਆਸਮਾਨ ਦੇ ਵਿੱਚ ਲਟਕਿਆ ਹੋਇਆ ਹੈ। ਗੜਿਓਂ ਐਹਣੋਂ ਕੁੰਗੀਓਂ ਪੈਂਦਾ ਨਹੀਂ ਵਿਸਾ, ਗੜਿਓਂ ਐਹਣੋਂ ਕੁੰਗੀਓਂ ਪੈਂਦਾ ਨਹੀਂ ਵਿਸਾ, ਠੀਕ ਹੈ। ਗੜੇ, ਜਦੋਂ ਮੀਂਹ ਹੁੰਦਾ ਕਈ ਵਾਰ ਗੜੇ ਡਿੱਗਦੇ ਨਾ, ਗੜੇ ਸਮਝਦੇ ਜਿਹਨੂੰ ਹਿੰਦੀ 'ਚ ਔਲੇ ਕਹਿੰਦੇ ਆ। ਗੜਿਓਂ ਐਹਣੋਂ ਕੁੰਗੀਓਂ ਇਹ ਕੁਝ ਰੋਗ ਹੈ ਜੋ ਫਸਲਾਂ ਨੂੰ ਹੁੰਦੇ ਹੈ। ਪੈਂਦਾ ਨਹੀਂ ਵਿਸਾ, ਕਿ ਉਹਨੂੰ ਵਿੱਚ ਡਰ ਵੀ ਲੱਗਿਆ ਰਹਿੰਦਾ। ਵਿਸਾ ਦਾ ਮਤਲਬ ਵਿਸ਼ਵਾਸ, ਠੀਕ ਹੈ। ਉਹਨੂੰ ਇਹ ਵਿਸ਼ਵਾਸ ਵੀ ਨਹੀਂ ਆਪਦੇ ਆਪ ਦੇ ਵਿੱਚ ਡਰ ਵੀ ਲੱਗਿਆ ਰਹਿੰਦਾ ਹੈ। ਉਹ ਇਹ ਵੀ ਸੋਚਦਾ ਹੈ ਕਿ ਕਿਤੇ ਹੋ ਸਕਦਾ ਹੈ ਕਿ ਕਿਤੇ ਗੜਿਆਂ ਨਾਲ ਜਾਂ ਕੁੰਗੀਆਂ ਨਾਲ ਮੇਰੀ ਫਸਲ ਨੂੰ ਕਿਸੇ ਤਰ੍ਹਾਂ ਕੋਈ ਬਿਮਾਰੀ ਨਾ ਲੱਗ ਜੇ, ਫਸਲ ਮੇਰੀ ਖਰਾਬ ਨਾ ਹੋ ਜਾਵੇ, ਠੀਕ ਹੈ ਜੀ। ਉਹ ਡਰ ਰਿਹਾ ਆਪਣੀ ਫਸਲ ਦੇ ਬਾਰੇ ਸੋਚ ਕੇ। ਅੱਗੇ ਕੀ ਲਿਖਿਆ ਅਗਲੇ ਪੈਰੇ ਵਿੱਚ? ਸੁੱਖ ਸੁੱਖ ਲੱਖ ਸੀਰਣੀਆਂ ਪੱਕਣ ਚਾਰ ਕਸੀਰ, ਸੁੱਖ ਸੁੱਖ ਲੱਖ ਸੀਰਣੀਆਂ ਪੱਕਣ ਚਾਰ ਕਸੀਰ, ਠੀਕ ਹੈ। ਕਿ ਉਹਨੇ ਬਹੁਤ ਤਰ੍ਹਾਂ ਦੀਆਂ ਸੁੱਖਾਂ ਸੁੱਕੇ, ਜਿਵੇਂ ਆਪਾਂ ਨਹੀਂ ਸੁੱਖਾਂ ਸੁੱਖਦੇ ਕਿ ਬਾਬਾ ਮੈਂ ਤੇਰੇ 51 ਰੁਪਏ ਦਾ ਪ੍ਰਸ਼ਾਦ ਚੜਾਊਂਗਾ, ਮੇਰੇ 10ਵੀਂ 'ਚ ਇੰਨੇ % ਬਣ ਜਾਣ, ਮੇਰੇ 12ਵੀਂ 'ਚ ਇੰਨੇ % ਬਣ ਜਾਣ, ਜਾਂ ਮੇਰਾ ਆਹ ਕੰਮ ਹੋ ਜੇ, ਠੀਕ ਹੈ। ਇਸ ਤਰ੍ਹਾਂ ਦੀ ਸੁੱਖਾਂ ਸੁੱਖਦੇ ਆ। ਉਵੇਂ ਕਿਸਾਨ ਨੇ ਬਹੁਤ ਤਰ੍ਹਾਂ ਦੀਆਂ ਸੁੱਖਾਂ ਸੁੱਕ ਕੇ ਉਹਦੇ ਪੱਕਣ ਚਾਰ ਕਸੀਰ, ਕਸੀਰ ਕਹਿੰਦੇ ਛਿੱਟਿਆਂ ਨੂੰ, ਠੀਕ ਹੈ। ਜੋ ਕਣਕ ਦੇ ਉੱਤੇ ਛਿੱਟੇ ਲੱਗੇ ਹੁੰਦੇ ਨਾ, ਜਿਹਨਾਂ ਵਿੱਚ ਕਣਕ ਦੇ ਦਾਣੇ ਹੁੰਦੇ, ਉਹਨੂੰ ਕਸੀਰ ਕਹਿੰਦੇ ਆ। ਕਿ ਉਹਦੇ ਮਤਲਬ ਖੇਤ ਦੇ ਵਿੱਚ ਫਸਲ ਲਹਿ ਉੱਠਦੀ ਹੈ, ਜਾਂ ਖੇਤ ਦੇ ਵਿੱਚ ਫਸਲ ਲਹਿਰਾਉਣ ਲੱਗ ਗਈ ਹੈ। ਤਦ ਵੀ ਸੁਣ ਕਹਿਵਤਾਂ ਤੈਨੂੰ ਆਉਂਦੀ ਨਹੀਂ ਖਲੀਰ, ਫਿਰ ਵੀ ਭਾਵ ਕਿ ਅਨੇਕ ਤਰ੍ਹਾਂ ਦੀਆਂ ਸੁੱਖਾਂ ਸੁੱਕ ਕੇ ਅਗਰ ਕਿਸਾਨ ਦੇ ਖੇਤ ਫਸਲ ਲਹਿਰਾਉਣ ਲੱਗ ਜਾਂਦੀ ਹੈ, ਫਿਰ ਵੀ ਤਦ ਵੀ ਸੁਣ ਕਹਿਵਤਾਂ ਤੋਂ ਭਾਵ ਹੈ ਵੱਡੇ ਲੋਕਾਂ ਦੀਆਂ ਜਾਂ ਸਿਆਣਿਆਂ ਦੀਆਂ ਗੱਲਾਂ ਸੁਣ ਕੇ ਤੈਨੂੰ ਆਉਂਦੀ ਨਹੀਂ ਖਲੀਰ, ਠੀਕ ਹੈ। ਖਲੀਰ ਦਾ ਭਾਵ ਹੁੰਦਾ ਟਿਕਾ, ਠੀਕ ਹੈ ਜੀ। ਟਿਕਾ ਨਹੀਂ ਹੁੰਦਾ, ਕਿ ਫਿਰ ਵੀ ਤੇਰੇ ਮਨ ਨੂੰ ਟਿਕਾ ਨਹੀਂ ਆ ਰਿਹਾ ਹੈ, ਠੀਕ ਹੈ ਜੀ। ਕਿਸਾਨ ਕੀ ਕਹਿ ਰਿਹਾ ਕਿ ਆਪਦੀ ਪੱਕੀ ਹੋਈ ਫਸਲ ਨੂੰ ਦੇਖ ਕੇ ਵੀ ਉਹਦੇ ਮਨ ਨੂੰ ਟਿਕਾ ਨਹੀਂ ਹੁੰਦਾ। ਟਿਕਾ ਕਿਉਂ ਨਹੀਂ ਹੁੰਦਾ? ਦੇਖੋ, ਕਿਉਂਕਿ ਅੱਗੇ ਲਿਖਿਆ ਹੋਇਆ, ਦੇਖੋ, ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਸਾਨ। ਪੱਕੀ ਖੇਤੀ ਦੇਖ ਕੇ, ਕਿ ਆਪਣੀ ਪੱਕੀ ਹੋਈ ਫਸਲ ਨੂੰ ਦੇਖ ਕੇ, ਪੱਕੀ ਖੇਤੀ ਦਾ ਮਤਲਬ ਫਸਲ, ਠੀਕ ਹੈ। ਖੇਤੀ ਦੇਖ ਕੇ ਗਰਬ ਕਰੇ ਕਿਸਾਨ। ਗਰਬ ਦਾ ਮਤਲਬ ਹੁੰਦਾ ਹੈਗਾ ਆਪਣੇ ਆਪ 'ਤੇ ਮਾਣ ਕਰਨਾ, ਹੰਕਾਰ ਕਰਨਾ ਵੀ ਕਹਿ ਸਕਦੇ ਹਾਂ, ਲੇਕਿਨ ਇੱਥੇ ਆਪਾਂ ਮਾਣ ਕਰਨਾ ਮੰਨਦੇ ਹਾਂ। ਕਿ ਆਪਣੀ ਪੱਕੀ ਹੋਈ ਫਸਲ ਨੂੰ ਦੇਖ ਕੇ ਕਿਸਾਨ ਮਾਣ ਤਾਂ ਕਰਦਾ ਹੈ, ਲੇਕਿਨ ਫਿਰ ਵੀ ਉਹਦੇ ਮਨ ਵਿੱਚ ਇੱਕ ਡਰ ਲੱਗਿਆ ਰਹਿੰਦਾ। ਕੀ ਲੱਗਿਆ ਰਹਿੰਦਾ ਹੈ? ਦੇਖੋ ਅਗਲੀ ਲਾਈਨ 'ਚ ਲਿਖਿਆ, ਵਾਓ ਝੱਖੜੋਂ ਝੋਲਿਓਂ ਘਰ ਆਵੇ ਤਾਂ ਜਾਣ। ਵਾਓ ਜੋ ਤੇਜ਼ ਹਵਾਵਾਂ ਚੱਲਦੀਆਂ, ਠੀਕ ਹੈ। ਝੱਖੜੋਂ ਦਾ ਮਤਲਬ ਝਖੇੜੇ ਆ ਜਾਣੇ, ਝੱਖੜ ਝੋਲੇ ਦਾ ਮਤਲਬ ਬਹੁਤ ਜ਼ਿਆਦਾ ਤੂਫਾਨ ਆ ਜਾਣਾ। ਕਈ ਵਾਰ ਫਸਲਾਂ ਖਿੱਲਰ ਜਾਂਦੀਆਂ, ਇੱਧਰ ਉੱਧਰ ਨੁਕਸਾਨ ਹੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਅਗਰ ਹਨੇਰੀਆਂ ਤੋਂ ਮਤਲਬ ਝਖੇੜਿਆਂ ਤੋਂ ਝੋਲਿਆਂ ਤੋਂ ਬਚ ਕੇ ਅਗਰ ਘਰ ਵਿੱਚ ਮੇਰੇ ਫਸਲ ਪਹੁੰਚੂਗੀ ਨਾ, ਘਰੇ ਪਹੁੰਚ ਗਈ ਨਾ, ਫਿਰ ਹੀ ਮੇਰੇ ਮਨ ਨੂੰ ਟਿਕਾ ਆਊਗਾ। ਜਿੰਨਾ ਚਿਰ ਖੇਤ ਵਿੱਚ ਫਸਲ ਹੈ ਉਹਨਾਂ ਚਿਰ ਮੇਰੇ ਮਨ ਨੂੰ ਟਿਕਾ ਨਹੀਂ ਆਉਂਦਾ, ਠੀਕ ਹੈ ਜੀ। ਇੱਕ ਵਾਰ ਫਿਰ ਸੁਣ ਲਓ ਇਸ ਪੈਰੇ ਦੀ ਵਿਆਖਿਆ। ਸੁੱਖ ਸੁੱਖ ਲੱਖ ਸੀਰਣੀਆਂ ਪੱਕਣ ਚਾਰ ਕਸੀਰ, ਠੀਕ ਹੈ। ਕਿ ਅਨੇਕ ਤਰ੍ਹਾਂ ਦੀਆਂ ਸੁੱਖਾਂ ਸੁੱਕ ਕੇ ਉਹਦੀ ਥੋੜ੍ਹੀ ਬਹੁਤ ਜੋ ਕਿਸਾਨ ਦੀ ਫਸਲ ਪੱਕ ਜਾਂਦੀ ਹੈ। ਤਦ ਵੀ ਸੁਣ ਕਹਿਵਤਾਂ ਤੈਨੂੰ ਆਉਂਦੀ ਨਹੀਂ ਖਲੀਰ, ਫਿਰ ਵੀ ਉਹਨੂੰ ਥੋੜ੍ਹਾ ਬਹੁਤ ਮਤਲਬ, ਕਿਉਂਕਿ ਉਹਨੇ ਬਜ਼ੁਰਗਾਂ ਦੀਆਂ ਕਹਾਣੀਆਂ ਸੁਣੀਆਂ ਹੁੰਦੀਆਂ, ਗੱਲਾਂ ਸੁਣੀਆਂ ਹੁੰਦੀਆਂ, ਉਹਦੇ ਮਨ ਨੂੰ ਟਿਕਾ ਨਹੀਂ ਹੁੰਦਾ। ਆਪਣੀ ਪੱਕੀ ਖੇਤੀ ਦੇਖ ਕੇ ਗਰਵ ਕਰੇ ਕਿਸਾਨ। ਆਪਣੀ ਪੱਕੀ ਹੋਈ ਖੇਤੀ ਦੇਖ ਕੇ ਆਪਣੇ ਆਪ 'ਤੇ ਮਾਣਤਾ ਕਰਦਾ ਕਿਸਾਨ, ਲੇਕਿਨ ਫਿਰ ਵੀ ਉਹਨੂੰ ਡਰ ਲੱਗਿਆ ਰਹਿੰਦਾ ਹੈ ਕਿਤੇ ਵਾਓ ਨਾਲ, ਯਾਨੀ ਹਨੇਰੀ ਝਖੇੜੇ ਝੋਲੇ ਨਾਲ ਉਹਦੀ ਫਸਲ ਖਰਾਬ ਨਾ ਹੋ ਜਾਵੇ। ਘਰ ਆਵੇ ਤਾਂ ਜਾਣ, ਜਿੰਨਾ ਚਿਰ ਉਹਦੇ ਘਰੇ ਫਸਲ ਨਹੀਂ ਜਾਂਦੀ ਤਦ ਤੱਕ ਉਹ ਖੁਸ਼ ਨਹੀਂ ਹੋਊਗਾ, ਉਹਨੂੰ ਚਿੰਤਾ ਜਾਂ ਫਿਕਰ ਲੱਗਿਆ ਹੀ ਰਹੂਗਾ, ਠੀਕ ਹੈ ਜੀ। ਉਸ ਤੋਂ ਅਗਲੇ ਪੈਰੇ ਵਿੱਚ ਕੀ ਲਿਖਿਆ ਗਿਆ ਹੈ ਕਿ ਪੱਕੀ ਵੱਢੀ ਬੰਨ ਲਈ ਆਣਈ ਧਰੀ ਖਲਵਾਰ, ਠੀਕ ਹੈ ਜੀ। ਪੱਕੀ ਵੱਢੀ ਬੰਨ ਲਈ ਆਣਈ ਧਰੀ ਖਲਵਾਰ। ਤਾਂ
ਤੈਸ ਲੈਣ ਦਾ ਮਤਲਬ ਆ ਹੈ ਕਿ ਕਿਸਾਨ ਦੀ ਫਸਲ ਪੱਕਣ ਤੋਂ ਬਾਅਦ ਉਹਨੇ ਵੱਢ ਲਈ, ਵੱਢ ਕੇ ਉਹਨੇ ਇੱਕ ਢੇਰ ਲਾ ਦਿੱਤਾ। ਠੀਕ ਹੈ ਜੀ। ਖਲਵਾਰ ਦਾ ਮਤਲਬ ਕੀ ਹੁੰਦਾ ਹੈ ਕਿ ਫਸਲ ਉਸ ਨੂੰ ਇਕੱਠੀ ਕਰਕੇ ਉਸ ਦਾ ਢੇਰ ਲਾ ਦੇਣਾ, ਕਿ ਆਪਣੀ ਪੱਕੀ ਹੋਈ ਫਸਲ ਨੂੰ ਵੱਢ ਕੇ ਉਹਦੇ ਵਿੱਚੋਂ ਕਣਕ ਵਗੈਰਾ ਕੱਢ ਕੇ ਕਿਸਾਨ ਨੇ ਢੇਰ ਲਾ ਦਿੱਤਾ, ਆਪਣੀ ਫਸਲ ਇਕੱਠੀ ਕਰ ਲਈ। ਤਦ ਵੀ ਧੜਕੇ ਕਾਲਜਾ ਕੋਈ ਦੁਸ਼ਮਣ ਕਰੇ ਨਾ ਵਾਰ। ਤਦ ਵੀ ਦਾ ਮਤਲਬ ਫਿਰ ਵੀ, ਧੜਕੇ ਦਾ ਮਤਲਬ ਧੜਕ ਰਿਹਾ, ਕਾਲਜਾ ਦਾ ਮਤਲਬ ਉਸਦਾ ਦਿਲ, ਫਿਰ ਵੀ ਉਸਦਾ ਕਾਲਜਾ, ਉਸਦਾ ਦਿਲ ਧੜਕ ਰਿਹਾ ਹੈ ਕਿ ਕੋਈ ਦੁਸ਼ਮਣ ਕਰੇ ਨਾ ਵਾਰ। ਠੀਕ ਹੈ, ਕਿ ਕਿਤੇ ਕੋਈ ਦੁਸ਼ਮਣ ਵਾਰ ਨਾ ਕਰ ਦੇਵੇ, ਕਿਉਂਕਿ ਉਸ ਨੂੰ ਫਿਕਰ ਲੱਗਿਆ ਰਹਿੰਦਾ ਕਿ ਕਿਸੇ ਵੀ ਮਤਲਬ ਸਥਿਤੀ ਕਰਕੇ ਜਾਂ ਕਿਵੇਂ ਵੀ ਉਸ ਦੀ ਫਸਲ ਕਿਤੇ ਖਰਾਬ ਨਾ ਹੋ ਜਾਵੇ, ਇਸ ਲਈ ਉਸ ਦਾ ਦਿਲ ਧੜਕ ਰਹਿੰਦਾ ਹੈ, ਧੜਕਦਾ ਰਹਿੰਦਾ ਹੈ। ਬੱਤੀਓਂ ਦੰਦੋਂ ਜੀਵ ਨੂੰ ਜੇ ਰੱਬ ਲਏ ਬਚਾ। ਬੱਤੀਓ ਦਾ ਮਤਲਬ ਬੱਤੀ, ਦੰਦ ਦਾ ਮਤਲਬ ਆਪਣੇ ਦੰਦ। ਠੀਕ ਹੈ, ਕਿ ਜਿਸ ਤਰ੍ਹਾਂ ਆਪਣੇ 32 ਦੰਦਾਂ ਤੋਂ ਜੀਵ ਨੂੰ ਰੱਬ ਬਚਾ ਕੇ ਰੱਖਦਾ ਹੈ, ਠੀਕ ਉਸੇ ਤਰ੍ਹਾਂ ਰੱਬ ਮੇਰੀ ਫਸਲ ਨੂੰ ਵੀ ਅਨੇਕ ਤਰ੍ਹਾਂ ਦੀਆਂ ਝੱਖੜ ਝੋਲੇ, ਅਨੇਕ ਤਰ੍ਹਾਂ ਦੀ ਬਿਮਾਰੀਆਂ, ਮੀਂਹ ਤੋਂ ਜਾਂ ਕਈ ਤਰ੍ਹਾਂ ਦੀ ਚੀਜ਼ਾਂ ਤੋਂ ਕਿਵੇਂ ਨਾ ਕਿਵੇਂ ਕਰਕੇ ਮੇਰੀ ਫਸਲ ਨੂੰ ਬਚਾ ਲਵੇ। ਉਸ ਦੀ ਫਸਲ ਜਦੋਂ ਬਚ ਜਾਂਦੀ ਹੈ, ਚਾਈ ਚਾਈ ਗਾਹ ਕੇ ਧਾੜ ਦੇਵੇ ਤਦਲਾ। ਠੀਕ ਹੈ, ਫਿਰ ਉਹ ਖੁਸ਼ੀ ਖੁਸ਼ੀ ਵਿੱਚ ਫਸਲ ਆਪਣੀ ਇਕੱਠੀ ਕਰਕੇ, ਚਾਈ ਚਾਈ ਦਾ ਮਤਲਬ ਹੁੰਦਾ ਖੁਸ਼ੀ ਖੁਸ਼ੀ ਵਿੱਚ, ਆਪਣੀ ਉਸ ਫਸਲ ਨੂੰ ਇਕੱਠੀ ਕਰਕੇ, ਧਾੜ ਦਾ ਮਤਲਬ ਢੇਰ, ਉਹਦਾ ਬਹੁਤ ਵੱਡਾ ਇੱਕ ਢੇਰ ਲਾ ਦਿੰਦਾ ਹੈ। ਠੀਕ ਹੈ ਜੀ, ਕਿਸਾਨ ਆਪਣੀ ਫਸਲ ਕੱਢ ਲੈਂਦਾ ਹੈ, ਉਹਦਾ ਢੇਰ ਲਾ ਦਿੰਦਾ ਹੈ। ਫਿਰ ਉਸ ਤੋਂ ਬਾਅਦ ਕੀ ਸਥਿਤੀ ਹੁੰਦੀ ਹੈ ਉਹ ਅੱਗੇ ਲਿਖਿਆ ਹੈ। ਅਜੇ ਵਸਾਏ ਨਾ ਚੁੱਕਿਓ ਲਾਗੂ ਬੈਠੇ ਆ। ਕੀ ਲਿਖਿਆ? ਅਜੇ ਵਸਾਏ ਨਾ ਚੁੱਕਿਓ ਲਾਗੂ ਬੈਠੇ ਆ। ਵਸਾਏ, ਵਸਾਏ ਦਾ ਮਤਲਬ ਕੀ ਹੈ? ਭਰੋਸਾ, ਕਿ ਅਜੇ ਵੀ ਉਹਨੂੰ ਭਰੋਸਾ ਨਹੀਂ ਹੈ ਕਿ ਉਹਦੇ ਪੱਲੇ ਕਿੰਨੀ ਕਣਕ ਪਊਗੀ, ਵੀ ਉਹਨੇ ਜਿਹੜੀ ਕਣਕ ਕੱਢੀ ਹੈ ਖੇਤ ਵਿੱਚੋਂ, ਮਤਲਬ ਇਕੱਠੀ ਕਰਕੇ ਉਹਨੇ ਕਣਕ ਦਾ ਢੇਰ ਲਾਇਆ, ਹਜੇ ਵੀ ਉਹਨੂੰ ਵਸਾ ਨਹੀਂ ਹੈ, ਭਰੋਸਾ ਨਹੀਂ ਹੈ ਕਿ ਉਹਦੇ ਪੱਲੇ ਇਹਦੇ ਵਿੱਚੋਂ ਕਿੰਨੀ ਕਣਕ ਪਊਗੀ, ਕਿਉਂਕਿ ਲਾਗੂ ਬੈਠੇ ਆ। ਲਾਗੂ ਕਹਿੰਦੇ ਜੋ ਲੈਣ, ਜਿਨ੍ਹਾਂ ਦਾ ਉਹਨੇ ਕੁਛ ਦੇਣਾ ਲੈਣਾ ਹੈ, ਉਹ ਲੋਕ ਉੱਥੇ ਆ ਗਏ ਹੈ। ਲਾਗੀ ਚੋਗੀ ਸੇਪਿਆਂ ਝੁਰਮਟ ਦਿੱਤਾ ਪਾ। ਲਾਗੀ ਚੋਗੀ ਸੇਪੇ ਜੋ ਚੁਗਾਰੇ ਵਗੈਰਾ ਹੁੰਦੇ ਆ, ਕੰਮ ਕਾਜ ਕਰਨ ਵਾਲੇ ਹੁੰਦੇ ਆ, ਜਿਨ੍ਹਾਂ ਦਾ ਉਹਨੇ ਕੁਝ ਲੈਣਾ ਦੇਣਾ ਹੈ, ਉਹ ਲੈਣ ਦੇਣ ਵਾਲੇ ਸਾਰੇ ਲੋਕ ਉੱਥੇ ਆ ਗਏ ਹੈ। ਉਹਨਾਂ ਨੇ ਝੁਰਮਟ ਦਿੱਤਾ ਪਾ। ਝੁਰਮਟ ਕਹਿੰਦੇ ਆ ਝੁੰਡ, ਮੰਨ ਲਓ ਇੱਕ ਤਰ੍ਹਾਂ ਦਾ। ਠੀਕ ਹੈ, ਕਿ ਉਹ ਲੈਣ ਦੇਣ ਵਾਲੇ ਜਿੰਨੇ ਵੀ ਲੋਕ ਹੈ, ਉਹ ਆਪਣਾ ਆਪਣਾ ਹਿੱਸਾ ਲੈਣ ਉੱਥੇ ਆ ਗਏ ਹੈ, ਕਿਉਂਕਿ ਜਿਨ੍ਹਾਂ ਨੇ ਉਹਨਾਂ ਦੇ ਕਣਕ ਵੱਢੀ ਸੀ, ਜਾਂ ਕਿਸੇ ਨੇ ਨਰਮਾ ਚੁਗਿਆ ਸੀ, ਚੁਗਾਰੇ ਸੀ, ਜਾਂ ਹੋਰ ਕੋਈ ਜਿਨ੍ਹਾਂ ਕੋਲ ਉਹ ਸਮਾਨ ਵਗੈਰਾ ਲੈਂਦਾ ਲੂੰਦਾ ਰਿਹਾ ਸਮਾਨ, ਉਹਨਾਂ ਦਾ ਜੋ ਉਹਨੇ ਲੈਣਾ ਦੇਣਾ ਸੀ, ਉਹ ਲੈਣ ਦੇਣ ਵਾਲੇ ਵੀ ਆਪਣਾ ਹਿੱਸਾ ਲੈਣ ਉੱਥੇ ਆ ਗਏ ਹੈ। ਠੀਕ ਹੈ ਜੀ, ਠੀਕ ਹੈ ਜੀ, ਉਹ ਲੈਣ ਦੇਣ ਵਾਲੇ ਜਿੰਨੇ ਬੰਦੇ ਸੀ ਉਹ ਆ ਗਏ ਹੈ, ਉਹਨਾਂ ਨੇ ਆਪਣਾ ਆਪਣਾ ਹਿੱਸਾ ਲੈ ਲਿਆ ਹੈ। ਠੀਕ ਹੈ, ਅੱਗੇ ਕੀ ਲਿਖਿਆ? ਰਹਿੰਦਾ ਬੋੜ ਹੁੰਜਾ ਲਿਆ ਆ ਕੇ ਲਹਿਣੇਦਾਰ। ਰਹਿੰਦਾ ਮਤਲਬ ਬਚਿਆ ਹੋਇਆ, ਬੋੜ ਮਤਲਬ ਜੋ ਕਣਕ ਦਾ ਢੇਰ ਜੋ ਬਚਿਆ, ਬਚੀ ਹੋਈ ਕਣਕ ਸੀ, ਹੁੰਜਾ ਲਿਆ ਮਤਲਬ ਇਕੱਠਾ ਕਰ ਲਿਆ, ਆ ਕੇ ਲਹਿਣੇਦਾਰ। ਲਹਿਣੇਦਾਰ ਹੁੰਦਾ ਜੋ ਕਰਜ਼ਾ ਵਸੂਲਣ ਵਾਲਾ ਹੁੰਦਾ ਹੈ। ਠੀਕ ਹੈ, ਲਾਗੀ ਚੋਗੀ ਸੇਪੀ ਜੋ ਸੀਗੇ ਲੈਣ ਦੇਣ ਵਾਲੇ, ਉਹ ਆਪਣਾ ਆਪਣਾ ਹਿੱਸਾ ਲੈ ਗਏ। ਜੋ ਬਚਿਆ ਹੋਇਆ ਕਣਕ ਦਾ ਢੇਰ ਸੀਗਾ, ਅਨਾਜ ਦਾ ਢੇਰ ਸੀਗਾ, ਉਹ ਲਹਿਣੇਦਾਰ ਨੇ ਆ ਕੇ ਇਕੱਠਾ ਕਰ ਲਿਆ, ਭਾਵ ਕਿ ਜੋ ਕਰਜ਼ਾ ਵਸੂਲਣ ਵਾਲਾ ਸੀਗਾ, ਉਸਨੇ ਆ ਕੇ ਆਪਣਾ ਹਿੱਸਾ ਲੈ ਲਿਆ। ਠੀਕ ਹੈ, ਜਿਸ ਦਾ ਕਿਸਾਨ ਕਰਜ਼ਦਾਰ ਸੀ, ਉਹਨੇ ਆ ਕੇ ਆਪਣਾ ਕਰਜ਼ਾ ਲੈ ਲਿਆ। ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ। ਪੱਲੇ ਦਾ ਆਖਿਰ 'ਚ ਕੀ ਹੈ ਕਿ ਕਿਸਾਨ ਦੇ ਪੱਲੇ ਕੇਵਲ ਤੂੜੀ ਦੀਆਂ ਪੰਡਾਂ ਰਹਿ ਗਈਆਂ ਚਾਰ। ਪੰਡ ਕਹਿੰਦੇ ਆ ਗਠਰੀ ਨੂੰ, ਤੂੜੀ ਸਮਝਦੇ ਹੋ ਜੋ ਪਸ਼ੂਆਂ ਨੂੰ ਪਾਈ ਜਾਂਦੀ। ਠੀਕ ਹੈ, ਕਿ ਅੰਤ ਵਿੱਚ ਕਿਸਾਨ ਦੇ ਪੱਲੇ ਕੀ ਬਚਿਆ? ਤੂੜੀ ਬਚੀ। ਦੇਖੋ ਉਹਨੇ ਕਿੰਨੀ ਮਿਹਨਤ ਕੀਤੀ, ਸਰਦੀ ਦੀਆਂ ਰਾਤਾਂ ਵਿੱਚ, ਗਰਮੀ ਦੇ ਦੁਪਹਿਰਾਂ ਵਿੱਚ, ਮੀਂਹਾਂ ਤੋਂ ਹਨੇਰੀਆਂ ਤੋਂ, ਕਿਵੇਂ ਸੁੱਖ ਸੁੱਖ ਕੇ ਉਹਨੇ ਕਣਕ ਇਕੱਠੀ ਕੀਤੀ, ਲੇਕਿਨ ਉਹਦੀ ਸਾਰੀ ਕਣਕ ਇੱਧਰ ਉੱਧਰ ਵੰਡੀ ਗਈ। ਅੰਤ ਵਿੱਚ ਉਹਦੇ ਪੱਲੇ ਕੇਵਲ ਤੂੜੀ ਦੀਆਂ ਹੀ ਚਾਰ ਪੰਡਾਂ ਰਹਿ ਗਈਆਂ। ਉਸ ਤੋਂ ਅਗਲੇ ਪਹਿਰੇ ਵਿੱਚ ਕੀ ਲਿਖਿਆ ਹੈ? ਚਾਰੇ ਕੰਨੀਆਂ ਚੂਪਦਾ ਘਰ ਆਇਆ ਕਿਰਸਾਨ। ਕੀ ਲਿਖਿਆ ਜੀ? ਚਾਰੇ ਕੰਨੀਆਂ ਚੂਪਦਾ ਘਰ ਆਇਆ ਕਿਰਸਾਨ। ਚਾਰੇ ਕੰਨੀਆਂ ਚੂਪਦਾ, ਚਾਰੇ ਕੰਨੀਆਂ ਚੂਪਦਾ ਦਾ ਭਾਵ ਕਿ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਘਰ ਆਇਆ ਕਿਸਾਨ, ਕਿ ਬਹੁਤ ਜ਼ਿਆਦਾ ਤੰਗ ਹੋ ਕੇ, ਪਰੇਸ਼ਾਨ ਹੋ ਕੇ ਕਿਸਾਨ ਆਪਣੇ ਘਰ ਆਉਂਦਾ ਹੈ। ਘਰੇ ਆ ਕੇ ਕੀ ਕਰਦਾ? ਉਹ ਗੋਡਿਆਂ ਵਿੱਚ ਸਿਰ ਤੁੰਨ ਕੇ ਗੋਤੀ ਲੱਗਾ ਜਾਣ। ਠੀਕ ਹੈ, ਆਪਣੇ ਗੋਡਿਆਂ ਦੇ ਵਿੱਚ, ਗੋਡੇ ਘੁਟਨਿਆਂ ਨੂੰ ਕਹਿੰਦੇ ਆ। ਠੀਕ ਹੈ ਜੀ, ਗੋਡਿਆਂ ਵਿੱਚ ਸਿਰ ਰੱਖ ਕੇ ਗੋਤੀ ਲੱਗਾ ਜਾਣ, ਕਿ ਉਹ ਗੋਤੇ ਖਾਣ ਲੱਗ ਗਿਆ। ਗੋਤੀ ਦਾ ਮਤਲਬ ਆਪਣੇ ਭਵਿੱਖ ਦੇ ਬਾਰੇ ਸੋਚਣ ਲੱਗ ਗਿਆ, ਆਪਣੇ ਭਵਿੱਖ ਦੇ ਬਾਰੇ, ਕਿ ਉਹਦਾ ਕੀ ਬਣੂਗਾ, ਉਹਦੇ ਪੱਲੇ ਤਾਂ ਕੁਛ ਬਚਿਆ ਨਹੀਂ ਗਾ, ਉਹਦਾ ਐਡਾ ਵੱਡਾ ਪਰਿਵਾਰ, ਉਹਦਾ ਜੋ ਜ਼ਿੰਦਗੀ ਕਿਵੇਂ ਬਤੀਤ ਹੋਊਗੀ, ਉਹ ਆਪਣੇ ਭਵਿੱਖ ਦੇ ਬਾਰੇ, ਭਵਿੱਖ ਦੇ ਬਾਰੇ ਸੁਪਨੇ ਲੈਣ ਲੱਗ ਗਿਆ। ਔਰ ਕੀ ਕਹਿੰਦਾ? ਹਾਇਓ ਰੱਬਾ ਡਾਢਿਆ ਕੀ ਬਣਿਆ ਮੈਂ ਨਾਲ। ਹਾਇਓ ਰੱਬਾ ਡਾਢਿਆ ਕੀ ਬਣਿਆ ਮੈਂ ਨਾਲ। ਉਹ ਰੱਬ ਨੂੰ ਉਲਾਂਭਾ ਦਿੰਦਾ ਕਿ ਹੇ ਰੱਬ, ਕੀ ਬਣਿਆ ਮੇਰੇ ਨਾਲ, ਮੇਰਾ ਇੰਨਾ ਮਾੜਾ ਹਾਲ ਕਿਉਂ ਹੋ ਗਿਆ।
ਮਰ ਗਿਆ ਕਰਦਾ ਮਿਹਨਤਾਂ ਉੜਕ ਪੈੜਾ ਹਾਲ। ਕਿ ਮੈਂ ਤਾਂ ਮਿਹਨਤਾਂ ਕਰਦਾ ਕਰਦਾ ਮਰ ਗਿਆ, ਥੱਕ ਗਿਆ, ਸਰਦੀ ਗਰਮੀ ਪਰਵਾਹ ਨਹੀਂ ਕੀਤੀ, ਇਹਨਾਂ ਕੰਮ ਕਾਜ ਕੀਤਾ, ਲੇਕਿਨ ਫਿਰ ਵੀ ਮੇਰੀ ਭੈੜੀ ਹਾਲਤ ਹੈ, ਮੇਰਾ ਇਹੋ ਜਿਹਾ ਹਾਲ ਬਣਿਆ ਪਿਆ, ਮੈਂ ਕੀ ਕਰਾਂ। ਨਾ ਮੈਂ ਦਿੱਤਾ ਮਾਮਲਾ ਨਾ ਕੋਈ ਲੀਤਾ ਟੋਰ। ਠੀਕ ਹੈ, ਨਾ ਹੀ ਤਾਂ ਮੈਂ ਕੋਈ ਮਾਮਲਾ ਦਿੱਤਾ, ਮਾਮਲੇ ਤੋਂ ਭਾਵ ਹੈ ਲਗਾਨ ਦਿੱਤੀ, ਨਾ ਹੀ ਮੈਂ ਕੋਈ ਲਗਾਨ ਦਿੱਤੀ, ਨਾ ਕੋਈ ਲੀਤਾ, ਲੀਤਾ ਦਾ ਮਤਲਬ ਲਿਆ, ਟੋਰ ਦਾ ਮਤਲਬ ਬਲਦ ਬੈਲ। ਠੀਕ ਹੈ, ਨਾ ਹੀ ਮੈਂ ਕੋਈ ਬਲਦ ਲਿਆ ਹਜੇ ਤੱਕ, ਅਤੇ ਨਾ ਹੀ ਮੈਂ ਕਿਸੇ ਨੂੰ ਲਗਾਨ ਦਿੱਤੀ। ਬੀ ਪੱਤਾ ਵੀ ਹੈ ਨਹੀਂ ਲੋੜਾਂ ਕੋਈ ਹੋਰ। ਬੀ ਪੱਤਾ ਵੀ ਹੈ ਨਹੀਂ ਲੋੜਾਂ ਕੋਈ ਹੋਰ। ਬੀ ਕਹਿੰਦੇ ਆ ਬੀਜ ਨੂੰ, ਜੋ ਅੱਗੇ ਫਸਲ ਬੀਜਣੀ ਉਹਦੇ ਖਾਤਰ ਬੀ ਵੀ ਚਾਹੀਦਾ। ਪੱਤਾ ਮਤਲਬ ਘਰ ਦਾ ਹੀ ਰਾਸ਼ਨ ਪਾਣੀ, ਲੋੜਾਂ ਦਾ ਮਤਲਬ ਜ਼ਰੂਰਤਾਂ, ਕਿ ਮੈਂ ਬੀਜ ਵੀ ਖਰੀਦਣਾ ਹੈ, ਮੇਰਾ ਘਰ ਦਾ ਰਾਸ਼ਨ ਪਾਣੀ ਵੀ ਖਰੀਦਣਾ ਹੈ, ਪੱਤਾ। ਠੀਕ ਹੈ, ਔਰ ਮੇਰੀਆਂ ਘਰ ਦੀਆਂ ਹੋਰ ਵੀ ਕਈ ਜ਼ਰੂਰਤਾਂ ਹੈ, ਮੈਂ ਕੀ ਕਰਾਂ, ਮੇਰੇ ਕੋਲ ਤਾਂ ਕੁਛ ਬਚਿਆ ਹੀ ਨਹੀਂ। ਅੰਨ ਵਰਾ ਪਰ ਖਾਣ ਨੂੰ ਟਾਕੀ ਟੱਲਾ ਨਾਲ। ਕਿ ਅੰਨ ਦਾ ਮਤਲਬ ਅਨਾਜ, ਵਰਾ ਪਰ ਦਾ ਮਤਲਬ, ਵਰਾ ਕਹਿੰਦੇ ਪੂਰੇ ਸਾਲ ਨੂੰ, ਸਾਲ ਭਰ, ਕਿ ਪੂਰੇ ਸਾਲ ਭਰ ਲਈ ਖਾਣ ਲਈ ਕਣਕ ਵੀ ਚਾਹੀਦੀ ਹੈ, ਉਹ ਵੀ ਮੇਰੇ ਕੋਲ ਨਹੀਂ ਬਚੀ, ਸਾਰੀ ਇੱਧਰ ਉੱਧਰ ਵੰਡੀ ਗਈ। ਟਾਕੀ ਟੱਲਾ ਨਾਲ, ਟਾਕੀ ਟੱਲਾ ਕਹਿੰਦਾ ਲੀੜਿਆਂ ਨੂੰ, ਕਿ ਮੈਂ ਆਪਣੇ ਘਰਦਿਆਂ ਲਈ ਲੀੜੇ ਕੱਪੜੇ ਵੀ ਖਰੀਦਣੇ, ਇੱਕ ਬੱਚਿਆਂ ਨੂੰ, ਆਪਣੇ ਘਰ ਵਾਲੀ ਨੂੰ ਕੱਪੜੇ ਵੀ ਖਰੀਦ ਕੇ ਦੇਣੇ ਹੈ। ਠੀਕ ਹੈ ਜੀ। ਕਰਜ਼ਾ ਵੀ ਕੁਝ ਰਹਿ ਗਿਆ ਸਿਰ 'ਤੇ ਖੜਾ ਸਿਆਲ। ਹਜੇ ਮੇਰੇ ਸਿਕਰ ਕੋਈ ਕਰਜ਼ਾ ਵੀ ਪਿਆ, ਮੈਂ ਲੋਕਾਂ ਦਾ ਲੈਣ ਦੇਣ ਹਜੇ ਵੀ ਕੁਝ ਰਹਿੰਦਾ ਹੈ, ਸਿਰ 'ਤੇ ਖੜਾ ਸਿਆਲ। ਉੱਤੋਂ ਸਿਆਲ ਆਉਣ ਵਾਲਾ ਹੈ, ਸਰਦੀ ਆਉਣ ਵਾਲੀ ਹੈ, ਮੇਰਾ ਜੀਵਨ ਕਿਵੇਂ ਬਤੀਤ ਹੋਊਗਾ, ਮੈਂ ਕੀ ਕਰਾਂ। ਉਹ ਆਪਣੇ ਭਵਿੱਖ ਦੇ ਸੁਪਨੇ ਲੈਣ ਲੱਗ ਜਾਂਦਾ, ਪਰੇਸ਼ਾਨ ਹੋ ਜਾਂਦਾ, ਭਵਿੱਖ ਦੇ ਬਾਰੇ ਸੋਚਦਾ ਹੋਇਆ ਉਹ ਫਿਕਰਮੰਦ ਹੋ ਜਾਂਦਾ, ਫਿਕਰ ਮਹਿਸੂਸ ਕਰ ਰਿਹਾ। ਠੀਕ ਹੈ ਜੀ। ਉਸ ਤੋਂ ਅਗਲੇ ਪੈਰੇ ਵਿੱਚ ਕੀ ਹੈ ਕਿ ਜੱਟੀ ਘੁਰਕੇ ਜੱਟ ਨੂੰ ਹੈ ਪਿਆ ਕਿੱਧਰ ਦਾ ਲੋੜ। ਜੱਟੀ ਦਾ ਮਤਲਬ ਜੋ ਉਸਦੀ ਪਤਨੀ, ਘੁਰਕੇ ਦਾ ਮਤਲਬ ਘੂਰ ਰਹੀ ਹੈ, ਜੱਟ ਨੂੰ ਦਾ ਮਤਲਬ ਆਪਣੇ ਪਤੀ ਕਿਸਾਨ ਨੂੰ, ਕਿ ਲੋੜ ਦਾ ਭਾਵ ਹੁੰਦਾ ਹਨੇਰ। ਉਸਦੀ ਪਤਨੀ ਆਪਣੇ ਪਤੀ ਨੂੰ ਘੂਰ ਰਹੀ ਹੈ ਕਿ ਇਹ ਕਿੱਧਰ ਦਾ ਹਨੇਰ ਹੋ ਪੈ ਗਿਆ, ਇਹ ਕੀ ਹੋ ਗਿਆ। ਖੱਟੀ ਸਾਰੇ ਸਮੇਂ ਦੀ ਕਿੱਥੇ ਆਇਓ ਰੋੜ। ਖੱਟੀ ਦਾ ਮਤਲਬ ਕਮਾਈ, ਸਾਰੇ ਸਮੇਂ ਦੀ ਮਤਲਬ ਸਾਰੇ ਟਾਈਮ ਦੀ, ਕਿੱਥੇ ਆਇਓ ਰੋੜ, ਰੋੜ ਦਾ ਮਤਲਬ ਗਵਾ, ਕਿ ਸਾਰੀ ਜੋ ਤੇਰੀ ਕਮਾਈ ਸੀ ਤੂੰ ਉਹ ਕਿੱਥੇ ਗਵਾਇਆ, ਸਾਲ ਭਰ ਤੋਂ ਇੰਨੀ ਮਿਹਨਤ ਕੀਤੀ, ਆਪਣੀ ਫਸਲ ਕਿੱਥੇ ਚਲੀ ਗਈ ਇੰਨੀ। ਠੀਕ ਹੈ, ਉਹ ਕਿੱਧਰ ਗਈ, ਆਪਣੇ ਪਤੀ ਨੂੰ ਪੁੱਛ ਰਹੀ ਹੈ। ਮੈਂ ਮਾਘੋਂ ਕੂਕਣ ਲੱਗੀ ਹਾਂ ਕੁੜੀ ਹੋਈ ਮਟਿਆਰ। ਠੀਕ ਹੈ, ਮਾਘੋਂ, ਮਾਘੋਂ ਦਾ ਮਤਲਬ ਮਾਘ ਇੱਕ ਮਹੀਨਾ ਹੁੰਦਾ ਹੈ। ਠੀਕ ਹੈ, ਜਿਹਨੂੰ ਚੇਤ ਵਿਸ਼ਾਖ ਜੇਠ ਠਾੜ ਸੌਣ ਭਾਦੋਂ ਅੱਸੂ ਕੱਤਾ ਪੋਹ ਮਾਘ ਫੱਗਣ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਉਹ ਇਹ ਮਾਘ ਇੱਕ ਮਹੀਨਾ ਹੁੰਦਾ। ਕੂਕਣ ਲੱਗੀ ਦਾ ਮਤਲਬ ਤੈਨੂੰ ਰੋਜ਼ ਦੀ ਕਹਿਣੀ ਆ, ਜ਼ੋਰ ਜ਼ੋਰ ਦੀ ਕਹਿ ਰਹੀ ਹਾਂ, ਮੈਂ ਤੈਨੂੰ ਮਾਘ ਦੇ ਮਹੀਨੇ ਤੋਂ ਕਹਿਣ ਲੱਗੀ ਹਾਂ ਰੋਜ਼ ਦੀ, ਕਿ ਕੁੜੀ ਹੋਈ ਮਟਿਆਰ। ਮੁਟਿਆਰ ਦਾ ਮਤਲਬ ਜਵਾਨ, ਕੁੜੀ ਦਾ ਮਤਲਬ ਲੜਕੀ, ਯੁਵਤੀ। ਠੀਕ ਹੈ, ਕਿ ਕੁੜੀ ਮੁਟਿਆਰ ਹੋ ਗਈ ਹੈ, ਜਵਾਨ ਹੋ ਗਈ ਹੈ, ਇਹਦਾ ਵਿਆਹ ਵੀ ਕਰਨਾ ਆਪਾਂ, ਮੈਂ ਤੈਨੂੰ ਕਿਦੋਂ ਦੀ ਕਹਿਣ ਲੱਗੀ ਹਾਂ। ਸਾਡੀ ਕੋਠੀ ਸੱਖਣੀ ਲੋਕੀ ਕਰਨ ਬਹਾਰ। ਸੱਖਣੀ ਤੋਂ ਭਾਵ ਹੈ ਖਾਲੀ ਹੋਣਾ, ਕਿ ਸਾਡੀ ਕੋਠੀ ਖਾਲੀ ਪਈ ਹੈ, ਸਾਡੇ ਘਰ ਵਿੱਚ ਕੁਝ ਵੀ ਨਹੀਂ, ਲੋਕੀ ਕਰਨ ਬਹਾਰ, ਬਲਕਿ ਜੋ ਆਸੇ ਪਾਸੇ ਦੇ ਲੋਕ ਹੈ ਉਹ ਤਾਂ ਕਿਵੇਂ ਐਸ਼ਾਂ ਕਰ ਰਿਹਾ, ਮੌਜ ਮਸਤੀਆਂ ਨਾਲ ਜੀਵਨ ਬਤੀਤ ਕਰ ਰਿਹਾ, ਲੇਕਿਨ ਆਪਾਂ ਇੰਨੇ ਦੁਖੀ। ਉਹ ਆਪਣੇ ਪਤੀ ਨੂੰ ਕਹਿ ਰਹੀ ਹੈ ਕਿ ਆਪਾਂ ਇੰਨੇ ਦੁਖੀ ਕਿਉਂ ਹਾਂ, ਬਲਕਿ ਆਸੇ ਪਾਸੇ ਦੇ ਲੋਕ ਤਾਂ ਵਧੀਆ ਜੀਵਨ ਬਤੀਤ ਕਰ ਰਹੇ ਹੈ। ਅਗਲੇ ਲਾਈਨ ਵਿੱਚ ਕੀ ਕਹਿੰਦੀ ਹੈ, ਵਾਰੀ ਸਦਕੇ ਵਾਹੀਓ ਸਾਨੂੰ ਨਹੀਂ ਦਰਕਾਰ। ਕਿ ਮੈਂ ਤੇਰੀ ਇਸ ਵਾਹੀ ਦੇ, ਵਾਹੀ ਕਹਿੰਦੇ ਖੇਤੀ ਨੂੰ। ਠੀਕ ਹੈ, ਵਾਹੀਓ, ਵਾਹੀ ਕਹਿ ਜਾਂਦਾ ਖੇਤੀ ਨੂੰ, ਕਿ ਮੈਂ ਤੇਰੇ ਇਸ ਖੇਤੀ ਤੋਂ ਵਾਰੇ ਜਾਵਾਂ, ਇਹਨੂੰ ਛੱਡ ਪਰਾਂ, ਸਾਨੂੰ ਨਹੀਂ ਦਰਕਾਰ। ਦਰਕਾਰ ਦਾ ਮਤਲਬ ਨਾ ਜ਼ਰੂਰੀ, ਕਿ ਸਾਨੂੰ ਇਹ ਕੋਈ ਖੇਤੀ ਜ਼ਰੂਰੀ ਨਹੀਂ ਹੈ, ਮੈਂ ਤੰਗ ਆ ਗਈ ਹਾਂ ਤੇਰੀ ਇਸ ਖੇਤੀ ਤੋਂ, ਤੇਰੀ ਇਸ ਮਤਲਬ ਵਾਹੀ ਤੋਂ ਜਾਂ ਜ਼ਮੀਨ ਤੋਂ ਮੈਂ ਤੰਗ ਆ ਗਈ ਹਾਂ। ਪੱਛੀ ਲਾ ਇਸ ਭੋਈ ਨੂੰ ਜੋ ਰਹਿੰਦੀ ਮਰਲੇ ਚਾਰ। ਪੱਛੀ ਲਾ ਇਸ ਭੋਈ ਨੂੰ ਜੋ ਰਹਿੰਦੀ ਮਰਲੇ ਚਾਰ। ਪੱਛੀ ਦਾ ਮਤਲਬ ਅੱਗ ਲਾ ਪਰਾਂ। ਠੀਕ ਹੈ, ਅੱਗ ਲਾ ਇਸ ਪਰਾਂ ਇਸ ਭੋਈ ਨੂੰ, ਭੋਈ ਕਹਿੰਦੇ ਭੂਮੀ ਨੂੰ ਜਾਂ ਜ਼ਮੀਨ ਨੂੰ, ਜੋ ਰਹਿੰਦੀ ਮਰਲੇ ਚਾਰ, ਜੋ 4 ਮਰਲੇ ਤੇਰੇ ਕੋਲ ਭੂਮੀ ਜਾਂ ਭੋਈ ਜਾਂ ਜ਼ਮੀਨ ਰਹਿੰਦੀ ਹੈ, ਇਸ ਨੂੰ ਪਰਾਂ ਅੱਗ ਲਾ, ਆਪਾਂ ਖੇਤੀ ਨਹੀਂ ਕਰਨੀ। ਭਰਤੀ ਹੋ ਜਾ ਫੌਜ ਵਿੱਚ ਜਾਂ ਕੁਝ ਕਰ ਰੁਜ਼ਗਾਰ। ਕਿ ਜਾਂ ਤਾਂ ਫੌਜ ਵਿੱਚ ਭਰਤੀ ਹੋ ਜਾ ਜਾਂ ਕੋਈ ਹੋਰ ਰੁਜ਼ਗਾਰ ਕਰ, ਕੋਈ ਹੋਰ ਕੰਮ ਲੱਭ। ਠੀਕ ਹੈ, ਨਿੱਗਰ ਨਹੀਂ ਤਾਂ ਸ਼ਹਿਰ ਨੂੰ ਲੋੜੇ ਦੀ ਹੈ ਕਾਰ। ਠੀਕ ਹੈ ਜੀ, ਇੱਥੇ ਕੀ ਲਿਖਿਆ, ਨਿੱਗਰ ਨਹੀਂ ਤਾਂ ਸ਼ਹਿਰ ਨੂੰ ਉੱਥੇ ਲੋੜੇ ਦੀ ਹੈ ਕਾਰ, ਕਿ ਨਹੀਂ ਤਾਂ ਤੂੰ, ਨਿੱਗਰ ਦਾ ਮਤਲਬ ਚਲਾ ਜਾ, ਨਹੀਂ ਤੂੰ ਸ਼ਹਿਰ ਚਲਾ ਜਾ, ਬਾਜ਼ਾਰ ਚਲਾ ਜਾ। ਲੋੜੇ ਦਾ ਮਤਲਬ ਹੁੰਦਾ ਹੈਗਾ, ਦਾ ਮਤਲਬ ਬਹੁਤ ਜ਼ਿਆਦਾ, ਕਿ ਤੂੰ ਸ਼ਹਿਰ ਚਲਾ ਜਾ, ਉੱਥੇ ਕੰਮ ਕਰਨ ਵਾਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਤੂੰ ਉੱਥੇ ਕੰਮ ਕਰ, ਆਪਾਂ ਜ਼ਮੀਨ ਨਹੀਂ ਕਰਨੀ, ਇਹਦੇ ਵਿੱਚੋਂ ਆਪਾਂ ਨੂੰ ਕੁਛ ਵੀ ਨਹੀਂ ਬਚਦਾ। ਉਸ ਤੋਂ ਬਾਅਦ ਅੱਗੇ ਕਵੀ ਕੀ ਕਹਿੰਦਾ ਹੈ ਕਿ ਜੱਟਾ ਵੇਖੀ ਉਕਦੋ ਸਿੱਖ ਸਿਖਾਇਆ ਨਾਰ। ਉਕਦੋ ਦਾ ਮਤਲਬ ਕੀ ਹੈ,
ਉਕਤੋ ਦਾ ਮਤਲਬ ਹੈ ਭੁੱਲ ਜਾਵੇਂ। ਠੀਕ ਹੈ, ਇਹਦੇ ਵਿੱਚ ਕਿਸਾਨ ਨੂੰ ਲਾਸਟ ਵਿੱਚ ਕਵੀ ਕੀ ਕਹਿ ਰਿਹਾ, ਜੱਟਾ ਦਾ ਮਤਲਬ ਕਿਸਾਨ ਨੂੰ ਕਹਿ ਰਿਹਾ ਕਿ ਦੇਖੀ ਕਿਸਾਨਾ, ਦੇਖੀ ਜੱਟਾ, ਕਿਤੇ ਆਪਣੀ ਪਤਨੀ ਦੀ ਗੱਲਾਂ ਵਿੱਚ ਆ ਕੇ ਖੇਤੀ ਕਰਨਾ ਨਾ ਭੁੱਲ ਜਾਵੀਂ। ਛੱਡ ਬਹਿੰਦੋ ਮਤ ਸਹਿਮ ਕੇ ਉੱਤਮ ਖੇਤੀਕਾਰ। ਛੱਡ ਬਹਿੰਦੋ ਮਤ ਸਹਿਮ ਕੇ, ਕਿਤੇ ਆਪਣੀ ਪਤਨੀ ਦੇ ਕੋਲੋਂ, ਆਪਣੀ ਪਤਨੀ ਦੀ ਗੱਲਾਂ ਆ ਕੇ ਜਾਂ ਉਹਦੀ ਗੱਲਾਂ ਵਿੱਚ ਆ ਕੇ ਡਰ ਕੇ ਤੂੰ ਖੇਤੀ ਕਰਨਾ ਨਾ ਛੱਡ ਦੇਈਂ। ਖੇਤੀ ਉੱਤਮ ਕਾਰ, ਖੇਤੀ ਬਹੁਤ ਵਧੀਆ ਕੰਮ ਹੈ। ਠੀਕ ਹੈ, ਆਪਣੀ ਪਤਨੀ ਦੀ ਗੱਲਾਂ ਵਿੱਚ ਆ ਕੇ ਖੇਤੀ ਕਰਨਾ ਨਾ ਤੂੰ ਛੱਡ ਦੇਈਂ। ਇੱਕ ਦਾਣਾ ਜੇ ਫਲ ਪਏ ਦਾਣਾ ਬਣੇ ਹਜ਼ਾਰ। ਕਿ ਅਗਰ ਇੱਕ ਦਾਣਾ ਵੀ ਫਲ ਪਵੇ, ਯਾਨੀ ਕਿ ਜ਼ਮੀਨ ਦੇ ਵਿੱਚ ਇੱਕ ਦਾਣਾ ਉਗਰਦਾ ਨਾ ਤਾਂ ਦਾਣਾ ਬਣੇ ਹਜ਼ਾਰ। ਤਾਂ ਉਹ ਇੱਕ ਦਾਣੇ ਤੋਂ ਇੱਕ ਪੌਦਾ ਬਣਦਾ ਔਰ ਉਹਦੇ ਕਈ ਹਜ਼ਾਰ ਦਾਣੇ ਲੱਗਦੇ ਆ। ਠੀਕ ਹੈ, ਇੱਕ ਦਾਣੇ ਤੋਂ ਅੱਗੇ ਬਹੁਤ ਜ਼ਿਆਦਾ ਦਾਣੇ ਬਣ ਜਾਂਦੇ ਆ। ਖੇਤੀ ਵਰਗਾ ਵਧੀਆ ਕੋਈ ਕੰਮ ਹੈ ਨਹੀਂ। ਤੂੰ ਆਪਣੀ ਪਤਨੀ ਦੀਆਂ ਗੱਲਾਂ ਵਿੱਚ ਆ ਕੇ ਕਿਤੇ ਖੇਤੀ ਕਰਨਾ ਨਾ ਛੱਡ ਦੇਈਂ। ਠੀਕ ਹੈ ਜੀ, ਕਿਸਾਨ ਨੂੰ ਸਮਝਾ ਰਿਹਾ ਕਿ ਖੇਤੀ ਕਰਨਾ ਨਾ ਛੱਡ ਦੇਈਂ, ਖੇਤੀ ਬਹੁਤ ਹੀ ਵਧੀਆ ਕੰਮ ਹੈ। ਅਗਲੀ ਲਾਈਨ ਵਿੱਚ ਕਵੀ ਕੀ ਕਹਿੰਦਾ ਹੈ, ਡੱਕੇ ਮਾਰਨਾ ਰੋੜ ਨੂੰ ਸੋਮਾ ਉਸਦਾ ਮਾਰ। ਡੱਕੇ ਮਾਰਨਾ ਰੋੜ ਨੂੰ ਸੋਮਾ ਉਸਦਾ ਮਾਰ। ਕਿ ਤੂੰ ਪਾਣੀ ਨੂੰ ਪਾਣੀ ਦਾ ਜੋ ਰੋੜ ਹੈ, ਬਹਾਵ ਹੈ, ਹੜ੍ਹ ਹੈ, ਜੋ ਪਾਣੀ ਆ ਰਿਹਾ ਹੈ, ਉਸ ਨੂੰ ਡੱਕਿਆਂ ਨਾਲ ਨਾ ਰੋਕ। ਠੀਕ ਹੈ, ਡੱਕੇ ਨਾਲ ਭਾਵ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਨਾ ਕਰ। ਸੋਮਾ ਉਸਦਾ ਮਾਰ, ਉਸ ਨੂੰ ਬਾਰੀਕੀ ਨਾਲ ਦੇਖ ਕਿ ਤੇਰੇ ਕੰਮ ਦੇ ਵਿੱਚ ਕਿੱਥੇ ਕਮੀ ਹੈ ਜੋ ਤੈਨੂੰ ਇਸ ਦਾ ਫਲ ਨਹੀਂ ਮਿਲ ਰਿਹਾ। ਠੀਕ ਹੈ, ਪਾਣੀ ਦੇ ਰੋੜ ਨੂੰ ਡੱਕਿਆਂ ਨਾਲ ਨਾ ਰੋਕ, ਉਸਦੇ ਸੋਮੇ ਨੂੰ ਮਾਰ। ਅਰਥਾਤ ਤੂੰ ਆਪਣੀ ਕਮਜ਼ੋਰੀ ਨੂੰ ਜਾਣ ਕਿ ਤੇਰੇ ਪੱਲੇ ਖੇਤੀ ਦਾ ਮੁੱਲ ਕਿਉਂ ਨਹੀਂ ਪੈ ਰਿਹਾ। ਅੱਗੇ ਕੀ ਕਹਿੰਦਾ ਕਵੀ, ਕਿ ਦੁਨੀਆ ਵਸੇ ਰੰਗ ਵਿੱਚ ਤੂੰ ਕਿਉਂ ਰਹੇ ਕੰਗਾਲ। ਠੀਕ ਹੈ, ਦੁਨੀਆ ਵਸੇ ਰੰਗ ਵਿੱਚ ਤੂੰ ਕਿਉਂ ਰਹੋ ਕੰਗਾਲ। ਕਿ ਜਿਹੜੀ ਦੁਨੀਆ ਹੈ ਉਹ ਰੰਗ ਵਿੱਚ ਵਸਦੀ ਹੈ, ਬਹੁਤ ਮੌਜ ਮਸਤੀਆਂ ਕਰਦੀ ਹੈ। ਭਾਵ ਕਿ ਆਪਣੇ ਆਸੇ ਪਾਸੇ ਅਮਰੀਕਾ ਦੇ ਕਿਸਾਨ ਵੀ ਦੇਖੋ, ਉਹ ਵੀ ਤਾਂ ਖੇਤੀ ਕਰਦੇ, ਉਹ ਕਿੰਨੀ ਐਸ਼ ਨਾਲ ਰਹਿੰਦੇ, ਕਿੰਨੀ ਟੌਰ ਨਾਲ ਰਹਿੰਦੇ ਹੈ। ਤੂੰ ਕਿਉਂ ਰਹੇ ਕੰਗਾਲ, ਤੂੰ ਕਿਉਂ ਦਿਨੋਂ ਦਿਨ ਗਰੀਬ ਹੁੰਦਾ ਜਾਂਦਾ, ਤੇਰੇ ਨਾਲ ਇਹੋ ਜਿਹਾ ਕੀ ਹੈ। ਉਹ ਵੀ ਤਾਂ ਖੇਤੀ ਕਰਦੇ ਨਾ ਅਮਰੀਕਾ ਦੇ ਕਿਸਾਨ, ਉਹ ਕਿੰਨੇ ਟੌਰ ਨਾਲ ਰਹਿੰਦੇ ਹੈ। ਬਰਕਤ ਕਿੱਧਰ ਉੱਡਦੀ ਇਸ ਦੀ ਕਰ ਪੜਤਾਲ। ਕਿ ਜੋ ਤੇਰੀ ਬਰਕਤ ਹੈ, ਤੇਰੀ ਕਮਾਈ ਦੇ ਵਿੱਚ ਜੋ ਬਰਕਤ ਪੈਣੀ ਹੈ, ਉਹ ਕਿੱਧਰ ਉੱਡਦੀ ਜਾ ਰਹੀ ਹੈ, ਤੂੰ ਇਸ ਦੀ ਪੜਤਾਲ ਕਰ। ਪੜਤਾਲ ਦਾ ਮਤਲਬ ਜਾਂਚ, ਕਿ ਤੂੰ ਜਾਂਚ ਕਰ, ਪੜਤਾਲ ਕਰ ਕਿ ਤੇਰੀ ਕਮਾਈ ਖਰਾਬ ਕਿਉਂ ਹੁੰਦੀ ਜਾ ਰਹੀ ਹੈ, ਤੇਰੀ ਕਮਾਈ ਕਿੱਧਰ ਇੱਧਰ ਉੱਧਰ ਉੱਡਦੀ ਜਾ ਰਹੀ ਹੈ। ਇਸ ਚੀਜ਼ ਦੇ ਬਾਰੇ ਤੂੰ ਕੋਸ਼ਿਸ਼ ਕਰ, ਪਰਖ ਇਸ ਚੀਜ਼ ਨੂੰ। ਅਮਰੀਕਾ ਵਿੱਚ ਜੱਟ ਹੀ ਹੋ ਰਹੇ ਮਾਲਾ ਮਾਲ। ਠੀਕ ਹੈ ਜੀ, ਆ ਲਿਖਿਆ ਨਾ ਕਿ ਅਮਰੀਕਾ ਦੇ ਜੱਟ ਵੀ ਤਾਂ ਖੇਤੀ ਕਰਦੇ ਆ, ਉਹ ਕਿਉਂ ਮਾਲਾ ਮਾਲ ਹੋ ਰਿਹਾ ਖੇਤੀ ਕਰਕੇ, ਤੇਰੀ ਬਰਕਤ ਕਿੱਧਰ ਜਾਂਦੀ ਹੈ, ਤੂੰ ਇਸ ਚੀਜ਼ ਨੂੰ ਦੇਖ। ਸੁਣ ਲੈ ਤੇਰੇ ਢਿੱਡ 'ਚੋਂ ਕਿਉਂ ਨਾ ਨਿਕਲੇ ਕਾਲ। ਕਿ ਮੇਰੀ ਗੱਲ ਸੁਣ, ਤੇਰੇ ਢਿੱਡ ਵਿੱਚੋਂ ਕਾਲ ਕਿਉਂ ਨਹੀਂ ਨਿਕਲਦਾ। ਢਿੱਡ ਪੇਟ ਨੂੰ ਕਹਿੰਦੇ ਆ। ਠੀਕ ਹੈ ਜੀ, ਕਾਲ ਦਾ ਮਤਲਬ ਭੁੱਖ। ਕਿ ਤੇਰੇ ਢਿੱਡ 'ਚੋਂ ਭੁੱਖ ਕਿਉਂ ਨਹੀਂ ਜਾਂਦੀ, ਤੇਰਾ ਬੁਰਾ ਹਾਲ ਕਿਉਂ ਹੋ ਰਿਹਾ ਹੈ। ਉਹ ਭਾਵ ਜੋ ਕਵੀ ਹੈ ਉਹ ਆਪਣੇ ਇੰਡੀਆ ਦੇ ਕਿਸਾਨ ਨੂੰ ਕਹਿ ਰਿਹਾ, ਭਾਰਤ ਦੇਸ਼ ਦੇ ਕਿਸਾਨ ਨੂੰ ਕਹਿ ਰਿਹਾ। ਠੀਕ ਹੈ, ਕਿ ਤੇਰੇ ਢਿੱਡ 'ਚੋਂ ਭੁੱਖ ਕਿਉਂ ਨਹੀਂ ਜਾਂਦੀ। ਕਿਉਂਕਿ ਆਪਾਂ ਦੇਖਦੇ ਨਾ ਕਿਸਾਨਾਂ ਦੀ ਬਹੁਤ ਮਾੜੀ ਹਾਲਤ ਹੈ। ਕੋਈ ਸਪਰੇਅ ਪੀ ਲੈਂਦਾ ਹੈ, ਕੋਈ ਫਾਹਾ ਲੈ ਕੇ ਆਤਮ ਹੱਤਿਆ ਕਰ ਲੈਂਦਾ ਹੈ, ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ। ਵੀ ਇਹਦਾ ਕੀ ਕਾਰਨ ਹੈ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ। ਆਸੇ ਪਾਸੇ ਵੀ ਤਾਂ ਕਿਸਾਨ ਹੈ, ਉਹ ਵੀ ਤਾਂ ਟੌਰ ਨਾਲ ਰਹਿੰਦੇ ਹੀ ਹੈ। ਠੀਕ ਹੈ, ਲਾਸਟ ਵਿੱਚ ਕਵੀ ਨੇ ਬਹੁਤ ਹੀ ਵਧੀਆ ਗੱਲ ਕਹੀ ਹੈ ਜੋ ਆਪਣੇ ਸਮਝਣ ਵਾਲੀ ਹੈ, ਕਿ ਕਿਸਾਨਾਂ ਉੱਤੇ ਇੰਨੀ ਮੁਸੀਬਤ ਕਿਉਂ ਆਉਂਦੀ ਹੈ, ਕੀ ਕਾਰਨ ਹੈ। ਉਹਦਾ ਕਵੀ ਨੇ ਉਹ ਚੀਜ਼ ਇੱਥੇ ਪੇਸ਼ ਕੀਤੀ ਹੈ। ਕੀ ਕਹਿੰਦਾ ਕਵੀ, ਕਿ ਦੇਖੋ, ਇੱਕ ਇਲਮ ਦੀ ਊਣ ਹੈ ਮੁੰਡੇ ਪੜ੍ਹਨੇ ਪਾ। ਇਲਮ ਕਹਿੰਦੇ ਹੈ ਗਿਆਨ ਨੂੰ, ਵਿਦਿਆ ਨੂੰ। ਊਣ ਦਾ ਮਤਲਬ ਕਮੀ। ਕਿ ਹੇ ਕਿਸਾਨ, ਇੱਕ ਤੇਰੇ ਘਰ ਵਿੱਚ ਪੜ੍ਹਾਈ ਦੀ ਕਮੀ ਹੈ, ਵਿਦਿਆ ਦੀ ਕਮੀ ਹੈ। ਤੂੰ ਤੇਰੇ ਮੁੰਡਿਆਂ ਨੂੰ, ਤੇਰੇ ਜਵਾਕਾਂ ਨੂੰ ਪੜ੍ਹਨੇ ਪਾ, ਸਕੂਲ ਦੇ ਵਿੱਚ ਲਾ, ਤਾਂ ਕਿ ਉਹ ਪੜ੍ਹ ਲਿਖ ਕੇ ਚੰਗੇ ਲੋਕ, ਮਤਲਬ ਚੰਗੇ ਇਨਸਾਨ ਬਣਨ। ਉਹਨਾਂ ਨੂੰ ਆਪਣੇ ਘਰ-ਬਾਰ ਦੀ, ਆਪਣੀ ਖੇਤੀ ਬਾਰੇ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਹੋਵੇ। ਠੀਕ ਹੈ, ਇੱਕ ਤਾਂ ਤੇਰੇ ਘਰੇ ਗਿਆਨ ਦੀ ਕਮੀ ਹੈ, ਪੜ੍ਹਾਈ ਦੀ ਕਮੀ, ਤੂੰ ਆਪਣੇ ਬੱਚਿਆਂ ਨੂੰ ਪੜ੍ਹਾ। ਦੂਜਾ ਝੱਸ ਸ਼ਰਾਬ ਦਾ ਇਸ ਤੋਂ ਜਾਨ ਛੜਾ। ਝੱਸ ਦਾ ਮਤਲਬ ਆਦਤ। ਕਿ ਦੂਜੀ ਤੈਨੂੰ ਆਦਤ ਸ਼ਰਾਬ ਦੀ ਲੱਗੀ ਹੋਈ ਹੈ। ਕਿਉਂਕਿ ਬਹੁਤ ਜ਼ਿਆਦਾ ਆਪਣੇ ਕਿਸਾਨ ਹੈ, ਸ਼ਰਾਬ ਪੀ ਪੀ ਕੇ ਬੜਕਾਂ ਮਾਰਦੇ, ਔਰ ਕਈ ਵਾਰ ਨਸ਼ੇ 'ਚ ਇੰਨੀ ਮਾੜੀ ਹਾਲਤ ਹੋ ਜਾਂਦੀ ਹੈ, ਉਹ ਆਪਣੀਆਂ ਫਸਲਾਂ ਤੱਕ ਵਿਕ ਜਾਂਦੀਆਂ ਉਹਨਾਂ ਦੀਆਂ। ਠੀਕ ਹੈ, ਇਸ ਤੋਂ ਜਾਨ ਛੜਾ। ਕਿ ਇਹ ਸ਼ਰਾਬ ਦੀ ਆਦਤ ਬਹੁਤ ਮਾੜੀ ਹੈ, ਇਹ ਨਸ਼ਾ ਕਰਨਾ ਬਹੁਤ ਮਾੜੀ ਆਦਤ ਹੈ, ਇਸ ਤੋਂ ਤੂੰ ਆਪਣੀ ਜਾਨ ਛੁਡਾ। ਤੀਜਾ ਐਬ ਕੁਪੱਤ ਦਾ ਖਹਿ ਖਹਿ ਮਰੋ ਭਰਾ। ਠੀਕ ਹੈ, ਤੀਜਾ ਐਬ ਕੁਪੱਤ। ਕੁਪੱਤ ਦਾ ਭਾਵ ਹੁੰਦਾ ਹੈ ਲੜਾਈ ਝਗੜਾ ਕਰਨਾ। ਕਿ ਤੀਜਾ ਐਬ, ਐਬ ਦਾ ਮਤਲਬ ਬੁਰੀ ਆਦਤ। ਤੀਜੀ ਬੁਰੀ ਆਦਤ ਕੀ ਹੈ, ਲੜਾਈ ਝਗੜੇ ਦੀ। ਕਿ ਜ਼ਮੀਨਾਂ ਪਿੱਛੇ, ਵੱਟਾਂ ਪਿੱਛੇ ਆਪਸ 'ਚ ਲੜਾਈ ਝਗੜੇ ਕਰਨ ਲੱਗ ਜਾਂਦੇ ਕਿਸਾਨ। ਖਹਿ ਖਹਿ ਮਰੋ ਭਰਾ, ਮਤਲਬ ਇੱਕ ਦੂਜੇ ਨਾਲ ਖਹਿ ਕੇ ਸਕੇ ਭਰਾ ਵੀ ਇੱਕ ਦੂਜੇ ਨੂੰ ਮਾਰ ਦਿੰਦੇ ਹੈ, ਇੱਕ ਦੂਜੇ ਨੂੰ ਮਤਲਬ ਨੁਕਸਾਨ ਪਹੁੰਚਾ ਦਿੰਦੇ। ਤੀਜੀ ਇਹ ਤੁਹਾਡੀ ਮਾੜੀ ਆਦਤ ਹੈ। ਫਿਰ ਮੁਕੱਦਮੇ ਲੜਦੇ ਆ, ਝੱਗਾ ਉਜੜ ਜਾ। ਫਿਰ ਕੋਰਟ ਕਚਹਿਰੀਆਂ ਵਿੱਚ ਧੱਕੇ ਖਾਂਦੇ ਆ, ਉਹਨਾਂ ਦੇ ਬਹੁਤ ਜ਼ਿਆਦਾ ਪੈਸੇ ਲੱਗਦੇ ਹੈ, ਜ਼ਮੀਨਾਂ ਵਿਕ ਜਾਂਦੀਆਂ ਹੈ, ਔਰ ਮਾੜੀ ਹਾਲਤ ਹੋ ਜਾਂਦੀ, ਉਹਦੇ ਘਰ ਉਜੜ ਜਾਂਦੇ ਹੈ। ਇਹ ਕੁਝ ਬੁਰੀਆਂ ਆਦਤਾਂ ਹੈ। ਠੀਕ ਹੈ, ਅੱਗੇ ਕਵੀ ਕੀ ਕਹਿੰਦਾ ਹੈ,
ਪੰਜਵਾਂ ਚਸਕਾ ਕਰਜ਼ ਦਾ ਵਾਣ ਛੱਡੇ ਨੂੰ ਖਾ। ਠੀਕ ਹੈ, ਪੰਜਵਾਂ ਚਸਕਾ ਕਰਜ਼ ਦਾ, ਕਿ ਪੰਜਵਾਂ ਕੀ ਚਸਕਾ ਕੀ ਹੈ, ਕਿਸਾਨ ਦੇ ਸਿਰ ਕਰਜ਼ਾ ਬਹੁਤ ਚੜ ਜਾਂਦਾ ਹੈ। ਠੀਕ ਹੈ, ਕਿਉਂਕਿ ਉਹ ਆਪਣੇ ਵਾਣ ਕਹਿੰਦੇ ਹੈ ਖੇਤ ਨੂੰ, ਜ਼ਮੀਨ ਨੂੰ, ਕਿ ਉਹ ਆਪਣੀ ਜ਼ਮੀਨ ਲੋਕਾਂ ਦੀ ਵੇਖੋ ਵੇਖ, ਕਿ ਫਲਾਣੇ ਨੇ ਐਂ ਕੀਤਾ ਮੈਂ ਵੀ ਉਹਦੀ ਰੀਸ ਨਾਲ ਐਂ ਕਰ ਦਿਆਂ, ਉਹਦੇ ਕੋਲੇ ਮਹਿੰਗੀ ਗੱਡੀ ਹੈ ਮੈਂ ਵੀ ਮਹਿੰਗੀ ਗੱਡੀ ਲੈ ਲਾਂ। ਅਤੇ ਉਹ ਆਪਣੀ ਜ਼ਮੀਨ ਗਹਿਣੇ ਰੱਖ ਕੇ ਉੱਤੇ ਬਹੁਤ ਸਾਰਾ ਕਰਜ਼ਾ ਚੱਕ ਲੈਂਦਾ, ਫਿਰ ਉਹ ਕਰਜ਼ਾ ਉਤਰਦਾ ਨਹੀਂ, ਐਂਡ ਵਿੱਚ ਅੱਕਿਆ ਹੋਇਆ ਕਿਸਾਨ ਜਾਂ ਤਾਂ ਫਾਂਸੀ ਲੈ ਲੈਂਦਾ ਜਾਂ ਸਪਰੇਅ ਪੀ ਲੈਂਦਾ। ਇਸ ਤਰ੍ਹਾਂ ਦੀ ਮਾੜੀ ਹਾਲਤ ਹੁੰਦੀ, ਜਿਸ ਕਰਕੇ ਉਹ ਬਰਬਾਦ ਹੋ ਜਾਂਦਾ ਹੈ। ਠੀਕ ਹੈ, ਤਾਂ ਇਹ ਚੀਜ਼ਾਂ ਮਤਲਬ ਕਰਜ਼ ਦਾ ਚਸਕਾ ਵੀ ਬਹੁਤ ਮਾੜਾ ਹੈ, ਇਹਨਾਂ ਗੱਲਾਂ ਤੋਂ ਤੂੰ ਦੂਰ ਰਹਿ। ਠੀਕ ਹੈ, ਪੰਜੇ ਪੈੜੀਆਂ ਵਾਦੀਆਂ ਬਰਕਤ ਖੜਨ ਉਡਾ। ਇਹ ਪੰਜੇ ਆਦਤਾਂ ਬਹੁਤ ਭੈੜੀਆਂ ਹੈ, ਆਪਣੀ ਬਰਕਤ ਨੂੰ ਉਡਾ ਦਿੰਦੀਆਂ ਹੈ, ਆਪਣੀ ਕਮਾਈ ਨੂੰ ਖਤਮ ਕਰ ਦਿੰਦੀਆਂ। ਠੀਕ ਹੈ, ਇੱਕ ਤਾਂ ਵਿੱਦਿਆ ਦੀ ਕਮੀ ਹੋਣਾ, ਸ਼ਰਾਬ ਪੀਣਾ, ਠੀਕ ਹੈ, ਆਪਸ 'ਚ ਲੜਨਾ, ਇੱਕ ਦੂਜੇ 'ਤੇ ਕੇਸ ਕਰਨਾ, ਕਰਜ਼ ਚੁੱਕਣਾ, ਇਹ ਸਾਰੀਆਂ ਬੁਰੀਆਂ ਆਦਤਾਂ ਹੈ, ਇਹ ਆਪਣੀ ਕਮਾਈ ਨੂੰ ਖਤਮ ਕਰ ਦਿੰਦੀਆਂ। ਇਹਨਾਂ ਤੋਂ ਤੂੰ ਬਚ ਕੇ ਰਹਿ। ਜੇ ਪੰਜਾਂ ਦੇ ਪੰਜਿਓਂ ਪਾ ਜਾਵੇਂ ਛੁਟਕਾਰਾ, ਜੇ ਇਹਨਾਂ ਪੰਜਾਂ ਬੁਰੀਆਂ ਆਦਤਾਂ ਤੋਂ ਤੂੰ ਛੁਟਕਾਰਾ ਪਾ ਗਿਆ ਕਿਸਾਨ, ਫਿਰ ਜੇ ਪੂਰੀ ਨਾ ਪਵੇ ਤਦ ਚਾਤਰਿਕ ਜ਼ਿੰਮੇਵਾਰ। ਤਾਂ ਕਵੀ ਆਪਦੇ ਆਪ ਨੂੰ ਕਹਿੰਦਾ ਹੈ, ਆਪਦਾ ਨਾਂ ਲੈਂਦਾ ਹੈ ਲਾਸਟ ਵਿੱਚ, ਕਿ ਅਗਰ ਇਹਨਾਂ ਬੁਰੀਆਂ ਆਦਤਾਂ ਤੋਂ ਤੂੰ ਖਹਿੜਾ ਛੁਡਾ ਕੇ ਫਿਰ ਖੇਤੀ ਕਰੇ ਤਾਂ ਤੂੰ ਵੀ ਖੁਸ਼ਹਾਲ ਰਹਿ ਸਕਦਾ। ਫਿਰ ਵੀ ਜੇ ਤੇਰੇ ਪੱਲੇ ਨਾ ਪਵੇ ਨਾ ਅਨਾਜ ਵਗੈਰਾ, ਜਾਂ ਤੇਰੀ ਜ਼ਿੰਦਗੀ ਖੁਸ਼ਹਾਲ ਨਾ ਹੋਵੇ, ਤਾਂ ਇਸ ਚੀਜ਼ ਦਾ ਮੈਂ ਜ਼ਿੰਮੇਵਾਰ ਹਾਂ। ਠੀਕ ਹੈ ਜੀ, ਤਾਂ ਉਮੀਦ ਕਰਦਾ ਕਿ ਇਹ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਮੇਰੀ ਵਿਆਖਿਆ ਜੋ ਕੀਤੀ ਹੈ ਤੁਹਾਨੂੰ ਸਮਝ ਵੀ ਆਈ ਹੋਊਗੀ ਔਰ ਚੰਗੀ ਵੀ ਲੱਗੀ ਹੋਊਗੀ। ਫਿਰ ਵੀ ਮੇਰੇ ਬੋਲਣ 'ਚ ਜਾਂ ਕੋਈ ਦੱਸਣ 'ਚ ਕੋਈ ਗਲਤੀ ਹੋ ਜਾਈ ਹੋਵੇ ਤਾਂ ਮੈਂ ਮਾफ़ੀ ਮੰਗਦਾ ਹਾਂ। ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦੀ ਰਾਏ ਜ਼ਰੂਰ ਦਿਓ। ਵੈਸੇ ਇਹ ਕਵਿਤਾ ਬਹੁਤ ਜ਼ਿਆਦਾ ਲੰਮੀ ਹੋ ਗਈ, ਕਿਉਂਕਿ ਦੇਖੋ ਮੇਰਾ ਮਕਸਦ ਹੁੰਦਾ ਇੱਕ ਇੱਕ ਚੀਜ਼ ਨੂੰ ਆਰਾਮ ਨਾਲ ਕਰਵਾਉਣਾ। ਠੀਕ ਹੈ ਜੀ, ਮੈਂ ਵਿਆਖਿਆ ਨੂੰ ਬਿਲਕੁਲ ਆਰਾਮ ਨਾਲ ਕਰਵਾਇਆ ਹੈ ਤਾਂ ਕਿ ਇਹ ਤੁਹਾਡੇ ਚੰਗੀ ਤਰ੍ਹਾਂ ਸਮਝ ਆਵੇ। ਮਤਲਬ ਤੁਹਾਨੂੰ ਇੱਕ ਇੱਕ ਚੀਜ਼ ਤੁਹਾਨੂੰ ਦੱਸੀ ਹੈ, ਇਸ ਕਰਕੇ ਲੰਬੀ ਹੋ ਗਈ। ਹੋ ਸਕਦਾ ਮੈਂ ਇਹਨੂੰ 10 ਮਿੰਟ 'ਚ ਵੀ ਜਲਦੀ ਟਪਾ ਸਕਦਾ ਸੀਗਾ, ਲੇਕਿਨ ਮੇਰਾ ਇਹ ਮਕਸਦ ਨਹੀਂਗਾ ਕਿ ਕਿਸੇ ਚੀਜ਼ ਨੂੰ ਫਟਾਫਟ ਕਰ ਦਿਓ, ਬਲਕਿ ਉਹਨੂੰ ਆਰਾਮ ਨਾਲ ਪੂਰੇ ਤਰੀਕੇ ਨਾਲ ਸਮਝਾਈ ਜਾਵੇ। ਇਸ ਕਰਕੇ ਥੋੜ੍ਹਾ ਜਿਹਾ ਟਾਈਮ ਇਸ 'ਤੇ ਜ਼ਿਆਦਾ ਲੱਗਿਆ ਹੈ। ਜੋ ਇਹਦੀ ਬਚੀ ਹੋਈ ਕਵਿਤਾ ਹੈ ਉਹ ਮੈਂ ਅਗਲੀ ਵੀਡੀਓ ਵਿੱਚ ਕਰਾਊਂਗਾ। ਠੀਕ ਹੈ ਜੀ, ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਇਸ ਕਵਿਤਾ ਨੂੰ ਸ਼ੇਅਰ ਵੀ ਕਰਿਓ। ਔਰ ਜਿਹੜੇ 10ਵੀਂ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਮੇਰਾ ਚੈਨਲ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ, ਉਹਨਾਂ ਮੂਹਰੇ ਮੈਂ ਬੇਨਤੀ ਕਰਦਾ ਕਿ ਉਹ ਮੇਰੇ ਇਸ ਜੋ ਕਲਾਸਾਂ, ਜੋ 12ਵੀਂ ਕਲਾਸ ਦੀਆਂ ਮੈਂ ਪਾ ਰਿਹਾ ਹਾਂ, ਤਾਂ ਇਹ ਜੋ ਉਹਨਾਂ ਦੇ ਕੋਈ ਜਾਣਕਾਰ ਸਟੂਡੈਂਟ ਹੈ ਉਹਨਾਂ ਨੂੰ ਅੱਗੇ ਸ਼ੇਅਰ ਕਰ ਦੇਣ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ।